ਅੱਜ ਆਪਾਂ ਮਾਰੂ ਰਾਗ ਦੇ ਵਿੱਚ ਤੀਸਰੀ ਪਾਤਸ਼ਾਹੀ ਦੇ ਜਿਹੜੇ ਸੋਲੇ ਲੈ ਰਹੇ ਹਾਂ। ਇੱਕ ਸੋਲਾ ਮਾਰੂ ਰਾਗ ਦੇ ਵਿੱਚ ਰਹਿ ਗਿਆ ਤੀਸਰੀ ਪਾਤਸ਼ਾਹੀ ਦਾ, ਉਹੀ ਲੈਣ ਲੱਗਿਆ ਜੀ। ਕੱਲ੍ਹ ਇੱਕ ਲਿਆ ਸੀਗਾ, ਅੱਜ ਦੂਸਰਾ, ਦੋਨਾਂ ਦੀ ਲੜੀ ਹੈ। ਇਹ ਜਸਬੀਰ ਜਿਹੜੇ ਹੈਗੇ ਨਾ, ਉਹਨਾਂ ਦਾ ਉਹ ਬੰਦ ਕਰ ਦਿਓ ਜੀ। ਜਸਬੀਰ ਕੌਰ ਜੀ, ਤੁਹਾਡਾ ਪੰਜੇ ਦਾ ਨਿਸ਼ਾਨ ਆ ਰਿਹਾ ਹੈ, ਹੱਥ ਦਾ ਨਿਸ਼ਾਨ, ਉਹਨੂੰ ਦਬਾ ਦਿਓ ਦੁਬਾਰਾ ਤੇ ਬੰਦ ਹੋ ਜਾਏਗਾ। ਜਸਬੀਰ ਕੌਰ ਜੀ ਸੁਣ ਰਹੇ ਹੋ ਤੁਸੀਂ? ਤੇ ਮਾਰੂ ਮਹੱਲਾ ਤੀਜਾ, ਅੰਗ 1068। ਨਦਰੀ ਭਗਤਾਂ ਲਹਿ ਮਿਲਾਏ। ਇਹ ਹਾਹੇ ਦੀ ਔਂਕੜ ਆ, ਲਹਿਓ ਨਹੀਂ ਹੈਗਾ। ਇਹ ਔਂਕੜ ਜਿਹੜੀ ਹੈਗੀ ਆ, ਇਹ ਲਹਿਓ ਵਰਡ ਦੇ ਵਾਸਤੇ ਜਿਹੜੀ ਆ ਉਹਦੀ ਆਪਣੀ ਔਂਕੜ ਨਹੀਂ ਆ। ਇਹ ਔਂਕੜ ਜਿਹੜੀ ਹੈਗੀ ਆ, ਇਹ ਖਾਸ ਲੱਗੀ ਹੋਈ ਆ ਵੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ। ਨਹੀਂ ਤਾਂ ਇਹ ਹੋ ਗਿਆ ਕਿ ਨਦਰੀ ਭਗਤਾਂ ਲਹਿਓ ਮਿਲਾਏ, ਵੀ ਭਗਤਾਂ ਨੂੰ ਆਪਣੀ ਮਿਹਰ ਕਰਕੇ ਮਿਲਾ ਲਓ। ਆਪਾਂ ਕੌਣ ਹੁੰਦੇ ਕਹਿਣ ਵਾਲੇ ਵੀ ਭਗਤਾਂ ਨੂੰ ਆਪਣੀ ਮਿਹਰ ਕਰਕੇ ਮਿਲਾ ਲਓ? ਨਦਰੀ ਭਗਤਾਂ ਲਹਿਓ ਮਿਲਾਏ। ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਮਿਹਰ ਕਰਕੇ ਭਗਤਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਨਦਰੀ ਭਗਤਾਂ ਲਹਿ ਮਿਲਾਏ। ਹਾਹਾ ਜਿਹੜਾ ਹੈਗਾ ਇਹ ਮਾਲਕ ਦੀ ਜਿਹੜੀ ਹੈਗੀ ਆ ਖਾਸ ਜਿਹੜਾ ਦੱਸਿਆ ਹੋਇਆ ਭਾਈ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਿਲਾਉਣਾ ਉਹਨੇ ਆ। ਮਾਲਕ ਪਰਮਾਤਮਾ ਨੇ ਉਹਨੇ ਨਦਰ ਕਰਨੀ ਹੈ। ਨਦਰੀ ਭਗਤਾਂ ਲਹਿ ਮਿਲਾਏ, ਭਗਤ ਸਲਾਹਨ ਸਦਾ ਲਿਵਲਾਏ। ਕਿਹਨਾਂ ਨੂੰ ਮਿਲਾਉਂਦਾ ਹੈ? ਆ ਅੱਗੇ ਕੰਡੀਸ਼ਨ ਦੇ ਦਿੱਤੀ। ਜਿਹੜੇ ਭਗਤ ਜਿਹੜੇ ਹੈਗੇ ਸਿਫਤ ਸਲਾਹ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਔਰ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਉਹਨਾਂ ਦੇ ਜਿਹੜੇ ਹੈਗੇ ਸਦਾ ਲਿਵ ਲਾਏ। ਸਦਾ ਦਾ ਮਤਲਬ ਕੀ ਹੈ? ਉਹਨਾਂ ਦੇ ਵਿਚਾਰ, ਉਹ ਵਿਚਾਰ ਮੰਡਲ ਕ੍ਰਾਸ ਕਰ ਜਾਂਦੇ ਆ। ਨਦਰੀ ਭਗਤਾਂ ਲਹੁ ਮਿਲਾਏ, ਭਗਤ ਸਲਾਹਨ ਸਦਾ ਲਿਵ ਲਾਏ। ਤਉ ਸਰਨਾਈ ਉਬਰਹਿ ਕਰਤੇ, ਆਪੇ ਮੇਲ ਮਿਲਾਇਆ। ਤੇਰੀ ਸਰਨਾਈ, ਤੇਰੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਜਿਹੜੇ ਹੈਗੇ ਉਹ ਭਗਤ ਜਿਹੜੇ ਹੈਗੇ ਉੱਭਰ ਜਾਂਦੇ ਆ। ਇਸ ਸੰਸਾਰ ਸਮੁੰਦਰ ਦੇ ਵਿੱਚੋਂ ਡੁੱਬਣੋਂ, ਇਹ 84 ਲੱਖ ਜੂਨਾਂ ਦੇ ਵਿੱਚ ਪਾਉਣੋਂ ਬਚ ਜਾਂਦੇ ਆ। ਆਪੇ ਮੇਲ ਮਿਲਾਇਆ। ਤੂੰ ਉਹਨਾਂ ਨੂੰ ਆਪਣੇ ਨਾਲ ਆਪ ਮਿਲਾ ਲੈਣਾ ਆ, ਆਪਣੇ ਨਾਲ ਮਿਲਾ ਲੈਣਾ ਹੈ ਤੂੰ। ਕੰਡੀਸ਼ਨ ਦਿੱਤੀ ਹੈ, ਭਗਤ ਸਲਾਹ ਨੇ ਸਦਾ ਲਿਵਲਾਏ। ਉਹਨਾਂ ਨੂੰ ਮਿਲਾਉਣਾ ਹੈ ਜਿਹੜੇ ਸਲਾਉਂਦੇ ਆ ਔਰ ਜਿਨ੍ਹਾਂ ਦੀ ਸਦਾ ਲਿਵ ਲੱਗ ਜਾਂਦੀ ਹੈ। ਪੂਰੇ ਸ਼ਬਦੇ ਭਗਤ ਸੁਹਾਈ। ਇਹ ਭਗਤ ਜਿਹੜੀ ਹੈਗੀ ਸੋਹਣੀ ਲੱਗਦੀ ਹੈ। ਭਗਤੀ ਕਿਸ ਤਰ੍ਹਾਂ ਸੋਹਣੀ ਲੱਗਦੀ ਆ? ਪੂਰੇ ਸ਼ਬਦੇ, ਜਿਵੇਂ ਪੂਰਾ ਗੁਰੂ ਗਿਆਨ ਦਿੰਦਾ ਆ, ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਜਦ ਭਗਤੀ ਕਰਦੇ ਹਾਂ ਤੇ ਭਗਤੀ ਜਿਹੜੀ ਹੈਗੀ ਇਹ ਸੋਹਣੀ ਲੱਗਣ ਲੱਗ ਜਾਂਦੀ ਹੈ। ਇਹ ਭਗਤੀ ਜਿਹੜੀ ਹੈ ਆਪਾਂ ਨੂੰ ਆਪਣਾ ਜੀ ਕਰਦਾ ਹੈ ਭਗਤੀ ਕਰਨ ਵਾਸਤੇ। ਜੇ ਆਪਾਂ ਪੂਰੇ ਸ਼ਬਦ ਦੇ ਦੁਆਰਾ, ਪੂਰੇ ਗੁਰੂ ਦੀ ਮੱਤ ਦੇ ਦੁਆਰਾ, ਪੂਰੇ ਗੁਰੂ ਦੇ ਦੱਸੇ ਰਸਤੇ 'ਤੇ ਤੁਰਦੇ ਹਾਂ ਤੇ ਭਗਤੀ ਸੋਹਣੀ ਲੱਗਣ ਲੱਗ ਜਾਂਦੀ ਹੈ। ਔਰ ਫਿਰ ਅੰਤਰ ਸੁਖ ਤੇਰੇ ਮਨੇ ਭਾਈ, ਔਰ ਅੰਦਰ ਸੁਖ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਜਦ ਆਪਣੇ ਅੰਦਰ ਸੁਖ ਆ ਗਿਆ, ਆਪਾਂ ਨੂੰ ਭਗਤੀ ਚੰਗੀ ਲੱਗਣ ਲੱਗ ਗਈ, ਮਨ ਲਗਾ ਕੇ ਆਪਾਂ ਭਗਤੀ ਕਰਨ ਲੱਗ ਪਏ। ਮਨ ਲਗਾ ਕੇ ਜਦ ਆਪਾਂ ਭਗਤੀ ਕਰਨ ਲੱਗ ਪਏ ਤੇ ਆਪਾਂ ਜਿਹੜੇ ਹੈਗੇ ਆ, ਇੱਥੇ ਦੇਖ ਲਓ ਤੁਸੀਂ, ਵੈਸੇ ਹੀ ਨਹੀਂ, ਇੱਕ ਸੈਕਿੰਡ, ਉਹ ਇੱਧਰ ਯੂਜ਼ ਕਰ ਲਿਆ ਸੀ, ਉਹ ਫੋਨ ਖਰਾਬ ਸੀ।
ਮੈਨੂੰ एक सेकंड जी साध सिंह जी। ਮੈਨੂੰ ਫਿਰ ਉਹ ਕਰ ਦਿਓ। ਬਸ ਠੀਕ ਹੈ। एक सेकंड जी। नदरी भगतां लहो मिलाई। हेलो ठीक है जी। ਠੀਕ ਹਾਂ ਆਪਾਂ ਸੀਗੇ ਪੂਰੇ ਸ਼ਬਦ ਦੇ ਭਗਤ ਸੁਹਾਈ ਅੰਤਰ ਸੁਖ ਸੁਖ ਤੇਰੇ ਮਨੇ ਪਾਈ। ਕਹਿੰਦੇ ਅੰਦਰ ਸੁਖ ਆਉਣਾ ਸ਼ੁਰੂ ਹੋ ਗਿਆ ਔਰ ਤੇਰੇ ਮਨੇ ਪਾਈ। ਤੇਰੇ ਮਨ ਨੂੰ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਭਾ ਗਈ। ਮਾਲਕ ਪਰਮਾਤਮਾ ਦਾਤ ਛੱਡਣ ਲੱਗ ਪਿਆ। ਪੂਰੇ ਸ਼ਬਦ ਭਗਤ ਸੁਹਾਈ ਅੰਤਰ ਸੁਖ ਤੇਰੇ ਮਨ ਭਾਈ। ਮਨ ਤਨ ਸੱਚੀ ਭਗਤੀ ਰਾਤਾ सच्चे से चित्त लाया। और मन भी और तन भी दोनों ज्ञान इंद्रियां भी और देख लो मन भी जड़ा हैगा इस सच्ची भगती दे विच रत्या गया। ज्यों रत्ते आपां इस मन और तन इस पासे लग गए तो आटोमैटिकली जिहड़ी हैगी माया जिहड़ी हैगी माया की पकड़ झूठ जिहड़ा हैगा वो अपने तो वख हो ही जाना है। मैल उतरी जानी है। मन तन सच्ची भगती राता। मन और तन देख लो दोनों लिखे तन दे उत्ते औंकड़ लगी है मन दे उत्ते औंकड़ लगी हुई। मन तन सच्ची भगती राता। नहीं तो मन जिहड़ा हैगा वो झूठ दे नाल विचारां दे नाल आकार दे नाल पदार्थां दे नाल रत्या रहिंदा है और तन भी नालों नाल। मन तन सच्ची भगती राता सच्चे स्यों चित्त लाया। वो सच दे नाल चित्त लगा लिया। इस करके जिहड़ा हैगा मन और तन दोनों सच्ची भगती दे विच रत्या गया। नहीं तो की हुंदा है जे सच दे नाल आपां नहीं चित्त लगाउंदे नहीं शिफ्ट हुंदे नहीं ध्यान सिमरन करदे नहीं जिहड़ा लिव वाले रस्ते ते तुरदे नहीं सच दे नाल जुड़दे ते फिर हौमे विचे सद जलै शरीरा। कहते हौमे दे विच ये शरीर जिहड़ा हौमे दे विच सड़ जाता है। आखिरी तक जिहड़ा हैगा शरीर पूरा दा पूरा सुआह हो जाता है। ये बारी अपनी चले जाती है और संस्कार बन जाते हैं। कार्यशील वध जाता है इच्छावां वध जांदियां। पता नहीं कि किस तरह फिर जिहड़ा हैगा जूना दे विच किस तरह जूना दे विच भटकना पैंदा है। हौमे विच सद जले शरीरा हमेशा सड़दा है जे आपां मनुखा जून पा के मनुख शरीर पा के जे आपां सच दे नाल नहीं जुड़े ते। कर्म होवा भेटे गुर पूरा। कहंदे बड़ी बख्शिश हो गई जे ओ पूरा गुरु मिल गया। जे पूरा गुरु मिल गया जे अपने अंदर इच्छा पैदा हो गई। कर्म होवे कर्म कादा जे 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 कर्म करन दी इच्छा है अपने अंदर जे अपने अंदर सच दे उत्ते तुरन दी इच्छा है कर्म होवे है कर्म होवे है कोई एक चीज़ इस पासे तुरन दी इच्छा जिहदे अंदर भी होवे भेटे गुर पूरा। उस ओ गुरु पूरा जिहड़ा हैगा भेट जाएगा पाए। ये मालक परमात्मा दा कानून है। वो मालक दी ड्यूटी हैगी है। ਜਿਹੜਾ ਵੀ इस कर्म ਨੂੰ करना ਚਾਹੁੰਦਾ हैगा कर्म होवे भेटे गुरपूरा। हुण नहीं तो कर्म बख्शिश हो गई मालक परमात्मा की गुरुपूरा भेट गया। ये तो कोई गल बनी नहीं ना। बख्शिश वास्ते जिहड़ा हैगा किवें बख्शिश हो गई पाए। ये किवें कर्म हो गया। ये कर्म तां हो गया जे आपां वो कर्म करना चाहुंदे आ बई भगती वाल तुरना चाहुंदे तां गुरु पूरा भेटूगा। जे इंसान माया दे विच ही गलतान होना चाहुंदा है तो गुरु नूं पिटा के की करना है परमात्मा ने भाई। सुखविंदर जी विचार दसो
ਠੀਕ ਹੈ ਜੀ। ਹਾਂ ਇਸ ਤੋਂ ਉੱਪਰ ਦੀ ਵਿਚਾਰ ਹੋ ਹੀ ਨਹੀਂ ਸਕਦਾ। ਵਾਹਿਗੁਰੂ ਜੀ, ਹਾਂਜੀ ਹਾਂਜੀ ਵਾਹਿਗੁਰੂ ਜੀ। ਬੋਲੋ ਜੀ ਬੋਲੋ ਪਲੀਜ਼। ਇੱਥੇ ਮਹਾਰਾਜ ਕਰਮ ਮੈਨੇ ਮਿਹਰ ਹੈ, ਮੈਨੂੰ ਔਂਕੜ ਹੈਗਾ ਕਰਮ ਹੋਵੇ। ਵੀਰ ਜੀ ਕਰਮ ਜਿਹੜਾ ਹੈਗਾ ਖਾਸ ਕਰਮ ਦੇ ਉੱਤੇ ਵੀ ਹੁੰਦਾ ਹੈ। ਕਰਮ ਖਾਸ ਕਰਮ, ਕਰਮ ਤਾਂ ਬਥੇਰੇ ਹੈ, ਕਿੰਨੇ ਕਰਮ ਹੈਗੇ ਦੁਨੀਆ ਦੇ ਵਿੱਚ। ਜਿਹਨੇ ਕਰਮ ਦਾ ਇੱਥੇ ਕੰਮ ਨਾ ਲਓ। ਕਰਮ ਮੈਨੇ ਹੁੰਦਾ ਬਖਸ਼ਿਸ਼ ਹੋਵੇ, ਮਿਹਰ ਹੋਵੇ ਤਾਂ ਭੇਟੇ ਗੁਰੂ ਪੂਰਾ। ਠੀਕ ਹੈ, ਮੰਨ ਲਿਆ ਤੁਹਾਡੀ ਗੱਲ, ਅਸੀਂ ਸਿਰ ਮੱਥੇ ਤੇ ਵੀਰ ਜੀ ਤੁਹਾਨੂੰ ਕਰਮ ਅਸੀਂ ਲੈ ਲਿਆ, ਕਰਮ ਬਖਸ਼ਿਸ਼ ਨੂੰ ਲੈ ਲਿਆ, ਪਰ ਬਖਸ਼ਿਸ਼ ਹੋਊਗੀ ਕਿਵੇਂ ਜੇ ਆਪਾਂ ਜੇ ਵਾਹਿਗੁਰੂ ਮਿਹਰ ਕਰੂਗਾ ਤਾਂ। ਮਿਹਰ ਕਿਵੇਂ ਕਰੂਗਾ ਮਿਹਰ? ਉਹਦੀ ਮਿਹਰ ਦਾ ਕੋਈ ਕ੍ਰਾਈਟੇਰੀਆ ਤਾਂ ਦੱਸੋ ਨਾ ਵੀਰ ਜੀ। ਜੇ ਪੂਰਬਲੇ ਕਰਮ ਹੋਣਗੇ, ਪਾਤਰ ਬਣਨਾ ਪਊਗਾ ਜੀ, ਪਾਤਰ। ਵੀਰ ਜੀ ਪੂਰਬਲੇ ਕਰਮ ਜਾਂ ਹੁਣ ਕਰਮ ਬਣਾ ਲਈਏ ਮਤਲਬ। ਹੁਣ ਤੁਸੀਂ ਜਿੰਨੀ ਦੇਰ ਮਰਜ਼ੀ ਘੁਮਾ ਲਓ ਮੈਨੂੰ। ਵਾਹਿਗੁਰੂ ਜੀ ਮਿਹਰ ਦਾ ਨਾ ਛੱਡੋ, ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਪਈ ਪ੍ਰਾਪਤ ਮਾਨਕ ਦੇਰੀਆ। ਇਸ ਕਰਕੇ ਅਸੀਂ ਇਹ ਨਾ ਕੱਲਾ ਇੱਥੇ ਰਹੀਏ ਕਿ ਸਾਨੂੰ ਅਸੀਂ ਮਿਹਰ ਕਰੂਗਾ ਰੱਬ ਫੇਰ ਹੀ ਅਸੀਂ ਬੰਦਗੀ ਕਰਾਂਗੇ। ਇਹ ਨਹੀਂ ਜਿਵੇਂ ਵੀ ਵਾਹਿਗੁਰੂ ਜੀ ਇਹ ਸਬਜੈਕਟ ਨਹੀਂ ਹੈਗਾ, ਪਰਮਾਤਮਾ ਇਹ ਸਬਜੈਕਟ ਨਹੀਂ ਜੀ ਹੈਗਾ। ਇਹ ਇੱਥੇ ਆਉਣਾ ਕਰਮ ਜਿਹੜਾ ਹੈ ਨਾ ਬਖਸ਼ਿਸ਼ ਹੋਊਗੀ ਜੇ ਪੂਰਬਲੇ ਕਰਮ ਕੀਤੇ ਹੋਣਗੇ ਤਾਂ। ਪੂਰਬਲੇ ਕਰਮ ਵੀਰ ਜੀ ਕੀਤੇ ਹਾਂ ਹੋਣਗੇ। ਸਾਨੂੰ ਜੇ ਹੁਣ ਮੰਨ ਲਓ ਮੈਂ ਪੂਰਬ ਚੰਗਾ ਕਰਾਂਗੇ, ਚੰਗਾ ਹੋ ਜਾਏਗਾ। ਨਹੀਂ ਵੀਰ ਜੀ ਬੀਜ ਆਪਣੀ ਖਾਓ ਜੀ ਪਲੀਜ਼ ਆਪਣੇ ਪੂਰਬ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਵਾਹਿਗੁਰੂ ਜੀ। ਹਾਂਜੀ ਰਸਕ ਇਹਦੇ ਤੇ ਲਿਆਓ ਜੀ, ਬੈਰਾਗੀ। ਇਹਦੇ ਤੇ ਲਿਆਓ। हाँ पूरब कर्म अंकुर जब प्रगटे, पूरब कर्म अंकुर जब प्रगटे मतलब ਪਹਿਲਾਂ ਤੁਸੀਂ ਚੁਆਇਸ ਦਿੱਤੀ ਹੋਈ ਆ ਔਰ ਜਿਹੜਾ ਹੈਗਾ ਪੂਰਬ ਕਰਮ। ਹੁਣ ਕਰਮ ਦਾ ਕੀ ਮਤਲਬ ਹੈ ਉੱਥੇ ਫਿਰ ਤੁਸੀਂ ਇਹ ਬਖਸ਼ਿਸ਼ ਤਾਂ ਲਾਓਗੇ। ਨਹੀਂ ਵੀਰ ਜੀ, ਸੁਣੋ, ਇਹ ਜਿਹੜਾ ਕਰਮ ਪੂਰਵ ਕਰਮ ਹੈ ਨਾ, ਇਹ ਪੂਰਵ ਜਿਹੜਾ ਇੱਕ ਮੂਮੈਂਟ ਪਹਿਲਾਂ ਲੰਘ ਕੇ ਗਿਆ ਉਹ ਵੀ ਪੂਰਵ ਬਣਦਾ ਜਾ ਰਿਹਾ, ਨਾਲ ਹੀ ਹੈ ਸਾਰਾ ਕੁਝ। ਹਾਂਜੀ ਹਾਂਜੀ, ਚਾਹੇ ਉਹ ਪਿੱਛੇ ਕੀਤਾ, ਚਾਹੇ ਉਹ ਹੁਣ ਆਪਾਂ ਕਰ ਲਿਆ ਘੰਟਾ ਪਹਿਲਾਂ, ਕੱਲ ਕਰ ਲਿਆ, ਪਰਸੋਂ ਕਰ ਲਿਆ, ਜਦੋਂ ਵੀ ਕਰ ਲਿਆ, ਜਦੋਂ ਉਹਦੇ ਅੰਦਰ ਅਸੀਂ ਬੈਠ ਕੇ ਉਹਦੀ ਯਾਦ ਤੇ ਜੁੜ ਬੈਠੇ, ਉਹੀ ਸਾਡਾ ਪੂਰਵਲਾ ਕਰਮ ਬਣਦਾ ਜਾ ਰਿਹਾ ਨਾਲ। ਕਿਉਂਕਿ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਤਾਂ ਜੇ ਆ ਗਏ ਅਸੀਂ, ਫਿਰ ਤਾਂ ਅਸੀਂ ਪ੍ਰਮਾਤਮਾ ਦੇ ਅੰਦਰ ਮਰਜ ਹੋ ਗਏ, ਹਨਾ ਜੀ। ਪ੍ਰੈਜ਼ੈਂਟ ਜੀ ਤਾਂ ਹੋਣਾ ਹੈ ਅਸੀਂ, ਬਸ ਇਹੀ ਤਾਂ ਚੱਕਰ। ਜੇ ਹੁਣ ਜਿਹੜਾ ਨਹੀਂ ਮੰਨ ਲਓ ਆਪਾਂ ਨੇ ਨਹੀਂ ਕਿਸੇ ਮਨੁੱਖ ਜੀਵਨ ਪਾਈ ਹੋਈ ਆ, ਉਹਦਾ ਪਿੱਛੇ ਉਹਨੇ ਜਿਹੜਾ ਹੈਗਾ ਇਸ ਰਸਤੇ ਤੇ ਨਹੀਂ ਆਇਆ, ਜੇ ਹੁਣ ਜਿਹੜਾ ਹੈਗਾ ਉਹ ਇਸ ਰਸਤੇ ਤੇ ਆਉਣਾ ਚਾਹੁੰਦਾ ਆ ਤੇ ਕੀ ਮਾਲਕ ਪਰਮਾਤਮਾ ਜੇ ਉਹਦੇ ਅੰਦਰ ਖੁਆਇਸ਼ ਹੈ, ਉਹਦੇ ਅੰਦਰ ਇਸ ਪਾਸੇ ਤੁਰਨ ਦੀ ਜਿਹੜੀ ਹੈ ਤਾਂਘ ਹੈਗੀ, ਕੀ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਪੂਰਾ ਗੁਰੂ ਨਹੀਂ ਪਟਾਊਗਾ? ਹੁਣ ਦੱਸੋ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ, ਏਦਾਂ ਹੀ ਹੈ ਇਹ। ਕਿਉਂਕਿ ਹਰ ਮੂਮੈਂਟ ਜਿਹੜਾ ਲੰਘਦਾ ਜਾ ਰਿਹਾ ਉਹ ਪੂਰਬਲਾ ਕਰਮ ਹੀ ਬਣਦਾ ਜਾ ਰਿਹਾ। ਮਾਲਕ ਕਿੱਧਰ ਲਾਇਆ ਉਹ ਤੇ ਡਿਪੈਂਡ ਕਰਦਾ ਸੀ ਕਿੱਧਰ ਨੂੰ ਆਪਣਾ ਉਹ ਕਰਮ ਬਣਾਇਆ। ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰੀ ਉਮਰ ਜਿਹੜਾ ਹੈਗਾ ਆਤਮਾ ਦੇਖਦੀ ਹੈ ਵੀ ਮੇਰੇ ਵੱਲ ਨੂੰ ਜਿਹੜਾ ਹੈਗਾ ਕਦੀ ਤਾਂ ਸੁਰਤ ਕਰੂਗਾ, ਇਹ ਕਦੀ ਤਾਂ ਜਿਹੜਾ ਹੈਗਾ ਮੇਰੇ ਵੱਲ ਨੂੰ ਆਊਗਾ। ਬਸ ਜਦ ਆਪਾਂ ਨੇ ਆਤਮ ਵੱਲ ਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ ਰੁਖ ਕਰ ਲਿਆ, ਬਸ ਉਸੇ ਵੇਲੇ ਮਾਲਕ ਨੇ ਅੱਗੇ ਦਾ ਕੰਮ ਤਾਂ ਮਾਲਕ ਪਰਮਾਤਮਾ ਦਾ ਹੈਗਾ ਭਾਈ। ਕਰਮ ਬਖਸ਼ਿਸ਼ ਮੰਨ ਲਓ ਆਪਾਂ ਬਖਸ਼ਿਸ਼ ਲੈ ਲੈਣੇ ਇਹਦੇ ਉੱਤੇ, ਕਰਮ ਹੋਵੇ ਭੇਟੇ ਗੁਰੂ ਬਖਸ਼ਿਸ਼ ਹੋ ਜਾਏਗੀ ਤੇ ਗੁਰੂ ਮਿਲ ਜਾਏਗਾ। ਪਰ ਬਖਸ਼ਿਸ਼ ਹੋਏਗੀ ਪਿਆਰਿਓ ਉਦੋਂ ਜਦ ਆਪਾਂ ਜਿਹੜੇ ਧਿਆਨ ਸਿਮਰਨ ਜਿਹੜਾ ਜਾਂ ਤਾਂ ਆਪਾਂ ਨੇ ਕੀਤਾ ਹੋਊਗਾ, ਪੂਰਵ ਜਨਮ ਕਰਮ ਉਹ ਪ੍ਰਗਟ ਹੋ ਜਾਣਗੇ, ਜਾਂ ਆਪਾਂ ਜਿਹੜੇ ਹੈਗੇ ਉਸ ਪਾਸੇ ਤੁਰਨ ਦਾ ਜਿਹੜਾ ਹੈਗਾ ਆਪਣੇ ਅੰਦਰ ਜਿਹੜੀ ਇੱਛਾ ਪੈਦਾ ਹੋ ਜਾਏਗੀ। ਬਸ ਅੰਤਰ ਅਗਿਆਨ ਸ਼ਬਦ ਬੁਝਾਏ। ਅੰਤਰ ਅਗਿਆਨ, ਅੰਦਰ ਅਗਿਆਨਤਾ ਹੈਗੀ, ਇਹ ਅਗਿਆਨਤਾ ਬੁਝਣੀ ਕਾਹਦੇ ਨਾਲ? ਸ਼ਬਦ ਦੇ ਨਾਲ ਬੁਝਣੀ ਹੈ ਭਾਈ। ਸ਼ਬਦ ਕਿੱਥੋਂ ਆਉਣਾ ਹੈ? ਪੂਰਾ ਗੁਰੂ ਭੇਟੂਗਾ, ਉੱਥੋਂ ਮਿਲਣਾ ਹੈ ਭਾਈ। ਉੱਥੋਂ ਧਿਆਨ ਸਿਮਰਨ ਭਗਤੀ ਕਰਨ ਦੀ ਜਾਚ ਮਿਲਣੀ ਆਪਾਂ ਨੂੰ। ਆਪਾਂ ਤਾਂ ਇੱਛਾਧਾਰੀ ਹੈਗੇ। ਜਦ ਮਾਲਕ ਸਾਡੀ ਇੱਛਾ ਦੇ ਨਾਲ ਸਾਨੂੰ ਜੂਨਾਂ ਦੇ ਵਿੱਚ ਭੇਜ ਦਿੰਦਾ ਹੈ, 84 ਲੱਖ ਜੂਨਾਂ ਦੇ ਵਿੱਚ ਸਾਡੀ ਗਤੀ ਜਿੱਧਰ ਇੱਛਾਵਾਂ ਹੈਗੀਆਂ ਉਸ ਪਾਸੇ ਜਿਹੜਾ ਹੈਗਾ ਕਿੰਨੇ ਜਨਮ ਸਾਨੂੰ ਜਿਹੜਾ ਪਾਉਣਾ ਪੈਂਦਾ ਹੈ। ਤੇ ਜੇ ਰੱਬ ਵਾਲੇ ਪਾਸੇ ਨੂੰ ਇੱਛਾ ਕਰਾਂਗੇ ਤੇ ਉਹਦੇ ਵਾਸਤੇ ਮਾਲਕ ਪਰਮਾਤਮਾ ਕਹੂਗਾ ਨਹੀਂ, ਮੈਂ ਉਸ ਪਾਸੇ ਨਹੀਂ ਬਣਾਉਂਦਾ ਪੂਰੇ ਗੁਰੂ ਨੂੰ।
ਹਉਮੈ ਵਿੱਚ ਸਦ ਜਲੈ ਸਰੀਰਾ, ਕਰਮ ਹੋਵੈ ਭੇਟੇ ਗੁਰ ਪੂਰਾ। ਇਹ ਪੂਰਾ ਗੁਰੂ ਮਿਲ ਗਿਆ, ਸਮਝ ਲਓ ਬਖਸ਼ਿਸ਼ ਤਾਂ ਹੈ ਹੀ ਬਹੁਤ, ਮਾਲਕ ਪਰਮਾਤਮਾ ਦੀ ਬਖਸ਼ਿਸ਼ ਹੈ। ਪਰ ਅੱਗੇ ਥੋੜਾ ਜਿਹਾ ਡੀਪ ਚਲੇ ਜਾਈਏ ਵੀ ਪੂਰਾ ਗੁਰੂ ਭੇਟੇਗਾ ਕਿਵੇਂ, ਕੌਣ ਪਟਾਊਗਾ ਪੂਰੇ ਗੁਰੂ ਨੂੰ? ਸਾਨੂੰ ਤਾਂ ਪਤਾ ਹੀ ਨਹੀਂ ਪੂਰਾ ਕਿਹੜਾ ਹੈ। ਅਸੀਂ ਤਾਂ ਆਪ ਹੀ ਹਨੇਰੇ ਦੇ ਵਿੱਚ ਆ, ਆਪ ਹੀ ਅਗਿਆਨੀ ਹੈਗੇ ਆ। ਇਹ ਪੂਰੇ ਗੁਰੂ ਦੀ ਗੱਲ ਕਰ ਰਹੇ ਆ ਮਹਾਰਾਜ, ਪੂਰੇ ਗੁਰੂ ਦੀ। ਭੇਟੇ ਗੁਰ ਪੂਰਾ, ਜਿਹੜਾ ਸੱਚ ਦੇ ਉੱਤੇ ਤੁਰਨਾ ਚਾਹੁੰਦਾ ਹੈ ਉਸੇ ਨੂੰ ਪੂਰਾ ਗੁਰੂ ਭੇਟਦਾ ਹੈ। ਅੰਤਰ ਅਗਿਆਨ ਸ਼ਬਦੇ ਬੁਝਾਏ, ਸਤਿਗੁਰ ਤੇ ਸੁਖ ਪਾਇਆ। ਉਹ ਪੂਰੇ ਗੁਰੂ ਤੋਂ ਕੀ ਹੋਇਆ? ਉਹ ਤੇ ਸ਼ਬਦ ਮਿਲ ਗਿਆ, ਸ਼ਬਦ ਦੇ ਨਾਲ ਕੀ ਹੋਇਆ? ਅਗਿਆਨਤਾ ਗਈ ਤੇ ਸੁਖ ਹੀ ਹੋ ਗਿਆ, ਸੁਖ ਆ ਗਿਆ। ਮਨ ਮੁਖ ਅੰਧਾ ਅੰਧ ਕਮਾਏ। ਹੁਣ ਦੇਖ ਲਓ, ਨਹੀਂ ਇੱਛਾ ਹੈਗੀ, ਨਹੀਂ ਚਾਹੁੰਦਾ ਮਾਲਕ ਪਰਮਾਤਮਾ ਦੇ ਰਸਤੇ ਤੇ ਜਾਣਾ। ਕਹਿੰਦੇ ਹਨੇਰੇ 'ਚ ਹੈਗਾ ਭਾਈ, ਔਰ ਹਨੇਰੇ ਦੇ ਵਿੱਚ ਅੰਨੀ ਕਮਾਈ, ਜਿਹੜਾ ਪਤਾ ਹੀ ਨਹੀਂ ਉਹਨੂੰ ਇਹਦੀ ਵੈਲਿਊ ਕੀ ਹੈਗੀ ਆ ਜੋ ਕਮਾਈ ਕਰ ਰਿਹਾ ਇਨਸਾਨ। ਮਨਮੁਖ ਅੰਧਾ ਅੰਧ ਕਮਾਏ, ਬਹੁਤ ਸੰਕਟ ਜੋਨੀ ਪਰਮਾਏ। ਔਰ ਉਹਦੇ ਵਿੱਚ ਜਿਹੜਾ ਹੈਗਾ ਬਹੁਤ ਹੀ ਸੰਕਟ ਜੂਨਾਂ ਦੇ ਵਿੱਚ ਜਿਹੜਾ ਹੈਗਾ, ਗੰਭੀਰ ਜੂਨਾਂ ਜਿਹੜੀਆਂ ਹੈਗੀਆਂ, ਤਕਲੀਫ ਦੇਣ ਵਾਲੀਆਂ ਜੂਨਾਂ ਹੈਗੀਆਂ, ਉਹਨਾਂ ਜੂਨਾਂ ਦੇ ਵਿੱਚ ਜਾਂਦਾ ਹੈ ਬਹੁਤ ਸੰਕਟ ਜੋਨੀ ਪਰਮਾਏ। ਭਰਮ ਧੋਖੇ ਦੇ ਵਿੱਚ, ਕਿਉਂਕਿ ਗਿਆਨ ਨਹੀਂ ਹੈ, ਇੰਟਰਸਟ ਨਹੀਂ ਹੈ, ਉਹਨੇ ਇੱਛਾ ਜ਼ਾਹਿਰ ਨਹੀਂ ਕਿ ਮਨੁੱਖ ਜੂਨ ਦੇ ਵਿੱਚ, ਔਰ ਮਨਮੁਖ ਅੰਧ ਕਮਾਏ ਆਹੀ ਕਰ ਰਿਹਾ ਹੈ। ਤੇ ਅੰਧ ਕਮਾਈ ਤੇ ਉਹਦਾ ਰਿਜ਼ਲਟ ਆਇਆ ਬਹੁਤ ਸੰਕਟ ਜੋਨੀ ਪਰਮਾਏ। ਜਮ ਕਾ ਜੇਵੜਾ ਕਦੇ ਨਾ ਘਟੈ। ਆ ਦੇਖ ਲਓ, ਜਮ ਦਾ ਜੇਵੜਾ ਜਿਹੜਾ ਹੈਗਾ ਉਹ ਕਦੀ ਕੱਟ ਹੀ ਨਹੀਂ ਸਕਦਾ। ਉਹਦੀ ਫਾਈਲ ਜਿਹੜੀ ਹੈਗੀ ਧਰਮਰਾਜ ਦੇ ਕੋਲ ਹੀ ਰਹਿਣੀ ਆ, ਔਰ ਉਹਨੇ ਜੂਨਾਂ 'ਚ ਪਾਈ ਜਾਣਾ। ਫਾਈਨਲੀ ਜਿਹੜਾ ਹੈਗਾ ਉਹ ਫਿਰ ਮਨੁੱਖ ਜੂਨ ਲੱਭਣੀ ਆ ਉਹਨੂੰ। ਜਦੋਂ ਕਾਰਨ ਸੀ ਜਿਹੜਾ ਹੈਗਾ ਉਹ ਮਨੁੱਖ ਜੂਨ ਦੇ ਬਰਾਬਰ ਦਾ ਹੋ ਗਿਆ, ਚੱਲ ਫਿਰ ਵਾਪਸ ਉੱਥੋਂ ਹੀ ਗੇਮ ਸ਼ੁਰੂ ਹੋ ਗਈ। ਫਿਰ ਵਾਪਸ ਜਮ ਕਾ ਜੇਵੜਾ ਕਦੇ ਨਾ ਕਾਟੇ, ਅੰਤੇ ਬਹੁਤ ਦੁੱਖ ਪਾਇਆ। ਕਹਿੰਦੇ ਅਖੀਰ ਬਹੁਤ ਦੁੱਖ ਪਾਉਂਦਾ ਇਨਸਾਨ ਭਾਈ, ਬਹੁਤ ਦੁੱਖ ਪਾਉਂਦਾ ਹੈ ਜਦ ਆ ਮਨੁੱਖ ਜੂਨ ਚਲੇ ਜਾਏਗੀ। ਮਨਮੁਖ ਅੰਧਾ ਅੰਧ ਕਮਾਏ, ਹਾਲੇ ਨਹੀਂ ਪਤਾ ਲੱਗ ਰਿਹਾ ਉਹਨੂੰ, ਅੰਧੀ ਕਮਾਈ ਕਰੀ ਜਾ ਰਿਹਾ। ਅੰਤੇ ਬਹੁਤ ਦੁੱਖ ਪਾਇਆ, ਅਖੀਰ 'ਚ ਬਹੁਤ ਦੁੱਖ ਪਾਏਗਾ ਜਦ ਜੂਨ ਚਲੀ ਗਈ ਤੇ। ਆਵਣ ਜਾਣਾ ਸ਼ਬਦੇ ਨਿਵਾਰੇ। ਜਿਹਨੂੰ ਪੂਰਾ ਗੁਰੂ ਭੇਟ ਗਿਆ, ਉਹਨੇ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ, ਭਗਤੀ ਦੇ ਦੁਆਰਾ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਆਉਣਾ ਜਾਣਾ ਇਹ ਖਤਮ ਹੀ ਕਰ ਦਿੱਤਾ ਪਾਏ, ਲੇਖਾ ਹੀ ਸਾਫ਼ ਕਰ ਦਿੱਤਾ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਸੱਚ ਨਾਮ ਰੱਖੇ ਉਰ ਧਾਰੇ। ਉਹਨੇ ਉਰ ਦੇ ਵਿੱਚ ਕੀ ਰੱਖਿਆ ਹੋਇਆ? ਉਰ ਦੇ ਵਿੱਚ ਉਹਨੇ ਪਰਮੇਸ਼ਰ ਦਾ ਨਾਮ, ਅੰਮ੍ਰਿਤ ਉਹਦਾ ਟਾਰਗੇਟ ਹੈ, ਉਹਦੇ ਨਾਮ ਪਦਾਰਥ ਦਾ ਟਾਰਗੇਟ ਉਰ ਦੇ ਵਿੱਚ ਹੈ। ਉਸ ਪਾਸੇ ਨੂੰ ਸੁਆਸ ਲਗਾਉਂਦਾ ਹੈ ਉਹ। ਵੀਰ ਜੀ, ਜਿਸ ਤਰ੍ਹਾਂ ਇੱਕ ਗਲਾਸ ਜਿਵੇਂ ਭਰਿਆ, ਅੱਧਾ ਕਰ ਭਰਿਆ, ਉਹਨੂੰ ਡਿਸਕ੍ਰਾਈਬ ਕਰਨ ਦੇ ਦੋ ਤਰੀਕੇ ਆ। ਜਾਂ ਤਾਂ ਅਸੀਂ ਕਹਿ ਦਈਏ ਅੱਧਾ ਭਰਿਆ, ਜਾਂ ਅਸੀਂ ਕਹਿ ਦਈਏ ਅੱਧਾ ਖਾਲੀ। ਹੁਣ ਜੇ ਤਾਂ ਪੂਰੇ ਵੱਲ ਨੂੰ ਯਾਤਰਾ ਕਰ ਲਈ ਤਾਂ ਪੂਰੇ ਦੇ ਵੱਲ ਨੂੰ ਯਾਤਰਾ, ਨੋ ਡਾਊਟ ਉਹ ਵੀ ਬਿਲਕੁਲ ਪੂਰੇ ਦੀ ਯਾਤਰਾ। ਅਸੀਂ ਉਸੇ ਰਸਤੇ ਨੂੰ ਜਾ ਰਹੇ ਹਾਂ, ਕਿਉਂਕਿ ਪੂਰੇ ਦੇ ਵਿੱਚ ਹੋਰ ਪੂਰਾ ਹੋਣ ਦੀ ਗੁੰਜਾਇਸ਼ ਹੈ। ਉਹ ਫਿਰ ਬੰਦਾ ਕਹਿੰਦਾ ਹੋਰ ਪੂਰਾ ਕਿੱਥੇ। ਜਾਂ ਦੂਜਾ ਤਰੀਕਾ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸੁਣ ਅੰਤਰ ਸੁਣਨ ਬਾਹਰ ਸੁਣਨ, ਤੂੰ ਜ਼ੀਰੋ ਕਰ ਲੈ ਆਪਣੇ ਆਪ ਨੂੰ, ਉਹਦੇ ਨਾਲ ਫ੍ਰੀਕੁਐਂਸੀ ਮੈਚ ਕਰ ਲੈ, ਉਹ ਤੇਰੇ ਵਾਸਤੇ ਬਹੁਤ ਹੀ ਵਧੀਆ। ਨਾ ਤੈਨੂੰ ਹਮੇ ਆਊਗੀ, ਤੂੰ ਜ਼ੀਰੋ ਹੋ ਜਾ। ਜ਼ੀਰੋ ਦੇ ਨਾਲ ਜ਼ੀਰੋ ਮਿਲ ਜਾਂਦਾ, ਅੰਦਰ ਸੁਣ ਦੇ ਅੰਦਰ ਸੁਣ ਸਮਾ ਜਾਂਦਾ। ਤੇ ਉਹ ਇੱਕ ਮਤਲਬ ਤੁਸੀਂ ਕਹਿਣ ਦੇ ਦੋ ਤਰੀਕੇ, ਜਿੱਦਾਂ ਨੂੰ ਮਰਜ਼ੀ ਚੱਲ ਪਈਏ ਆਪਾਂ। ਕਹਿਣ ਦਾ ਮਤਲਬ ਪਰਮਾਤਮਾ ਨੂੰ ਡਿਸਕ੍ਰਾਈਬ ਕਿਵੇਂ ਕਰਾਂਗੇ? ਨਹੀਂ ਕਰ ਸਕਦੇ ਆਪਾਂ। ਗੁਰਬਾਣੀ 'ਚ ਵੀ ਦੇਖੋ ਕਿੰਨੀ ਵਿਆਖਿਆ ਚੱਲ ਰਹੀ ਹੈ, ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਨੋ ਡਾਊਟ ਉਹੀ ਗੱਲ ਉਹੀ ਹੈ। ਚਾਹੇ ਸੁਣ ਵੱਲ ਚਲੇ ਜਾਓ, ਵੀ ਸੁਣ ਦੇ ਵਿੱਚ ਜਦੋਂ ਜਾਓਗੇ ਤਾਂ ਸੁਣ ਜ਼ੀਰੋ ਹੋ ਕੇ ਜਾਵਾਂਗੇ। ਉਹ ਜਦੋਂ ਜ਼ੀਰੋ ਹੋ ਗਏ, ਨਿਰਵਿਚਾਰ ਹੋ ਗਏ, ਥਾਟਲੈਸ ਹੋ ਗਏ, ਉੱਥੇ ਮਿਲਣਾ ਉੱਥੋਂ ਵੀ ਉੱਧਰੋਂ ਵੀ ਉਵੇਂ ਹੀ ਹੈ, ਮਿਲਣਾ ਉੱਧਰੋਂ ਵੀ ਉਵੇਂ ਹੀ ਹੈ। ਪਰਮਾਤਮਾ ਨੂੰ ਡਿਸਕ੍ਰਾਈਬ ਕਿਵੇਂ ਕਰਾਂਗੇ ਸੁਖਵਿੰਦਰ ਜੀ? ਪਰਮਾਤਮਾ ਨੂੰ ਡਿਸਕ੍ਰਾਈਬ ਕਰਨ ਵਾਸਤੇ ਤਾਂ ਅੱਖਰ ਹੀ ਨਹੀਂ ਬਣੇ ਹੋਏ।
ਬਿਲਕੁਲ ਉਹ ਅੱਖਰ ਤਾਂ ਖਿੰਡ ਜਾਂਦੇ ਆ, ਜਿਵੇਂ ਰਾਤ ਤੁਸੀਂ ਦੱਸ ਰਹੇ ਸੀ। ਨਾ ਹੀ ਨਾਮ ਨੂੰ ਡਿਸਕ੍ਰਾਈਬ ਕਰ ਸਕਦੇ ਆ, ਨਾਮ ਪਦਾਰਥ ਨੂੰ, ਨਾ ਆਪਾਂ ਉਹ ਪਰਮਾਤਮਾ ਨੂੰ ਡਿਸਕ੍ਰਾਈਬ ਕਰ ਸਕਦੇ ਹਾਂ। ਉਹਦੇ ਵਾਸਤੇ ਤਾਂ ਅੱਖਰ ਹੈ ਹੀ ਨਹੀਂ ਹੈ, ਉਹਦੇ ਵਾਸਤੇ, ਮਾਲਕ ਦੇ ਵਾਸਤੇ, ਉਹ ਜੋਤ ਦੇ ਵਾਸਤੇ ਕਿਹੜੇ ਅੱਖਰ ਬਣ ਗਏ ਭਾਈ? ਅਸਲ ਤਰੀਕਾ ਕਿ ਵੀ ਆਪਾਂ ਜ਼ੀਰੋ ਹੋ ਜਾਈਏ, ਹਾਂ। ਬਸ ਉਹ ਗੁਣ ਗਾਈ ਜਾਈਏ, ਇਹੀ ਹੈ ਹੱਲ। ਅਸੀਂ ਕੁਝ ਹੈ ਹੀ ਨਹੀਂ। ਜਦ ਸਾਡੀ ਸ੍ਰਿਸ਼ਟੀ ਦੇ ਵਿੱਚ ਇੱਕ ਧਰਤੀ ਦੀ ਰੇਤਾ ਦੇ ਕਣ ਜਿੰਨੀ ਹੋਂਦ ਹੈ, ਸਾਡੀ ਹੋਂਦ ਕਿੱਥੇ ਹੈ? ਅਸੀਂ ਆਪਣੇ ਆਪ ਨੂੰ ਵਿੱਚੋਂ ਹਟਾਈਏ ਤੇ ਪ੍ਰਮਾਤਮਾ ਤਾਂ ਤਿਆਰ ਹੀ, ਉਹ ਬਾਕੀ ਤਾਂ ਸਾਰਾ ਪ੍ਰਮਾਤਮਾ ਹੀ ਹੈ। ਹੁਣ ਕੌਣ ਦੇਖੋ, ਕੋਈ ਇਨਸਾਨ ਜਿਹੜਾ ਹੈਗਾ, ਕੋਈ ਇਨਸਾਨ ਜਿਹੜਾ ਸਰੀਰ ਛੱਡਦਾ, ਉਹਦੀ ਜੋਤ ਕਿੱਧਰ ਚਲੇ ਜਾਂਦੀ ਹੈ ਭਾਈ? ਗਹਿਣਾਰੇ ਕਿ ਪਤਾ ਨਹੀਂ ਕਿੱਧਰ ਚਲਾ ਗਿਆ ਭਾਈ, ਉਹ ਜੋਤ ਕਿੱਧਰ ਚਲੀ ਗਈ? ਪਰਮਾਤਮਾ ਦਿਸੀ ਆਪਾਂ ਨੂੰ, ਉਹ ਪਰਮਾਤਮਾ, ਉਹਨੂੰ ਕੀ ਡਿਸਕ੍ਰਾਈਬ ਕਰਾਂਗੇ ਭਾਈ? ਤੁਸੀਂ ਉਹਦੀ ਜੋਤ ਨੂੰ ਡਿਸਕ੍ਰਾਈਬ ਕਰ ਦਿਓ, ਬਾਕੀ ਪਰਮਾਤਮਾ ਨੂੰ ਤੇ ਛੱਡੋ। ਤੁਸੀਂ ਤਾਂ ਉਹ ਇੱਕ ਇਨਸਾਨ ਦੀ ਜੋਤ ਨੂੰ, ਜਾਂ ਕੋਈ ਜਾਨਵਰ ਹੈ ਮਰਿਆ, ਉਹਦੀ ਜੋਤ ਨੂੰ ਦੱਸ ਦਿਓ ਭਾਈ ਡਿਸਕ੍ਰਾਈਬ ਕਰਕੇ। ਗੱਲ ਤਾਂ ਉਹਦੇ ਵਾਸਤੇ ਤਾਂ ਅੱਖਰ ਹੀ ਹੈ ਨਹੀਂਗੇ ਭਾਈ, ਕੋਈ ਸ਼ਬਦ ਨਹੀਂ ਬਣੇ ਜੀ। ਹਾਂ। ਆਵਣ ਜਾਣਾ ਸ਼ਬਦੇ ਨਿਵਾਰੇ, ਸਚ ਨਾਮ ਰਖੇ ਔਰ ਤਾਰੇ, ਗੁਰ ਕੇ ਸ਼ਬਦੇ ਮਰੈ ਮਨ ਮਾਰੇ। ਗੁਰੂ ਦੇ ਸ਼ਬਦ ਦੇ ਦੁਆਰਾ, ਧਿਆਨ ਸਿਮਰਨ ਦੇ ਦੁਆਰਾ ਹੀ ਵਿਚਾਰ ਜਿਹੜੇ ਹੈਗੇ ਮਾਰੇ ਜਾ ਸਕਦੇ ਆ, ਸਲੋਲੀ, ਜੇ ਆਪਾਂ ਵਾਚਮੈਨ ਦੀ ਤਰ੍ਹਾਂ ਆਪਣੇ ਵਿਚਾਰਾਂ ਨੂੰ ਛੱਡਾਂਗੇ, ਜੇ ਆਪਣੀ ਸੁਰਤ ਦੀ ਡੋਰੀ ਨਾ ਬੰਨਾਂਗੇ ਭਾਈ ਕੋਈ ਵੀ ਵਿਚਾਰ ਦੇ ਨਾਲ। ਗੁਰ ਕੇ ਸ਼ਬਦੇ ਮਰੈ ਮਨ ਮਾਰੇ, ਇਸ ਤਰ੍ਹਾਂ ਆਪਣੇ ਮਨ ਨੂੰ ਜਿਹੜਾ ਹੈਗਾ ਬਾਹਰ ਜਾਣੋਂ ਰੋਕਣਾ ਹੈ, ਪਦਾਰਥਾਂ ਵੱਲੋਂ, ਸਵਾਦਾਂ ਵੱਲੋਂ। ਜਿੰਨੀ ਕੁ ਆਪਣੀ ਨੀਡ ਹੈਗੀ, ਜਿੰਨੀ ਕੁ ਆਪਣੀ ਜ਼ਰੂਰਤ ਹੈਗੀ, ਉਨੀ ਕੁ ਆਪਾਂ ਨੇ ਇਹ ਪਦਾਰਥ ਜਿਹੜੇ ਹੈਗੇ ਇਹ ਲੈਣੇ ਆ ਭਾਈ। ਗੁਰ ਕੇ ਸ਼ਬਦੇ ਮਰੈ ਮਨ ਮਾਰੇ, ਹਉਮੈ ਜਾਏ ਸਮਾਇਆ। ਔਰ ਹਉਮੈ ਇਨਸਾਨ ਦੀ ਜਾਂਦੀ ਹੈ ਜਦ ਵਾਪਸ ਜਿਹੜਾ ਹੈਗਾ ਰਾਈ 10ਵੇਂ ਪਾਏ ਤੇ ਆਉਨੇ ਆਪਾਂ ਵਾਪਸ, ਆਪਾਂ ਉਸ ਜੋਤ ਦੇ ਉੱਤੇ, ਸਪਰਮ ਦੇ ਅੰਦਰ ਜਿਹੜੀ ਜੋਤ ਆ ਉੱਥੇ ਤੱਕ ਆਵਾਂਗੇ। ਆਪਣੇ ਆਪ ਨੂੰ ਇੰਨੀ ਹਉਮੈ ਇੱਥੇ ਤੱਕ ਆਪਾਂ ਆਵਾਂਗੇ ਤਾਂ ਜਿਹੜਾ ਸਮਾਈ ਹੋ ਜਾਏਗੀ ਆਪਣੀ। ਮੁਕਤ ਦੁਆਰਾ ਉਸੇ ਸੂਈ ਦੇ 10ਵੇਂ ਹਿੱਸੇ ਤੋਂ, ਜਿਹੜਾ ਰਾਈ ਦੇ 10ਵੇਂ ਹਿੱਸੇ ਚੋਂ ਹੀ ਲੰਘਣਾ ਪਊਗਾ ਆਪਾਂ ਨੂੰ। ਸਚ ਨਾਮ ਰੱਖੇ ਔਰ ਤਾਰੇ, ਆਵਣ ਜਾਣਾ ਸ਼ਬਦੇ ਨਿਵਾਰੇ, ਸਚ ਨਾਮ ਰੱਖੇ ਔਰ ਤਾਰੇ, ਗੁਰ ਕੇ ਸ਼ਬਦੇ ਮਰੈ ਮਨ ਮਾਰੇ, ਹਉਮੈ ਜਾਏ ਸਮਾਇਆ। ਆਵਣ ਜਾਣੇ ਪਰਜ ਵਿਗੋਈ, ਕਹਿੰਦੇ ਇਹ ਆਉਣ ਜਾਣ ਤੋਂ ਸਾਰੀ ਦੀ ਸਾਰੀ ਲੁਕਾਈ ਜਿਹੜੀ ਹੈਗੀ ਖੁਆਰ ਹੋਈ ਜਾ ਰਹੀ ਹੈ। ਵਿਗੋਈ ਮਤਲਬ ਜਿਹੜੀ ਖੁਆਰ ਹੋਈ ਜਾ ਰਹੀ ਹੈ। ਮਨੁੱਖ ਜੂਨ ਜਿਹੜੀ ਸਾਰੀ ਦੀ ਸਾਰੀ ਤਕਰੀਬਨ ਜਿਹੜੀ ਹੈਗੀ ਉਹ ਬਸ ਇਹਨੂੰ ਹੀ ਪ੍ਰੀਫਰ ਕਰ ਰਹੀ ਹੈ, ਪਦਾਰਥਾਂ ਨੂੰ, ਸਵਾਦਾਂ ਨੂੰ, ਝੋਗੇ ਨੂੰ। ਆਹ ਹੈ ਆਉਣਾ ਜਾਣਾ। ਬਸ ਆਪਣੇ ਤੇ ਵਰਕਆਊਟ, ਆਪਣੀ ਹਉਮੈ ਨਹੀਂ ਛੱਡਦੇ ਔਰ ਦੂਸਰੇ ਨੂੰ ਧੱਕਾ ਕਰੀ ਜਾਂਦੇ ਆ, ਦੂਸਰੇ ਨੂੰ ਆਪਣਾ ਜਿਹੜਾ ਹੈਗਾ ਆਪਣੇ ਆਪ ਨੂੰ ਥੋਪਣ ਦੀ ਕੋਸ਼ਿਸ਼ ਕਰਦੇ ਆ ਦੂਸਰੇ ਦੇ ਉੱਤੇ, ਦੂਸਰੇ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ। ਦੂਸਰੇ ਨੂੰ ਜਿਹੜਾ ਹੈਗਾ, ਦੂਸਰੇ ਦੇ ਘਰ ਜਿਹੜਾ ਹੈਗਾ ਆਪਾਂ ਚਾਹੁੰਦੇ ਆ ਵੀ ਇਹ ਕਿਉਂ ਇਸ ਤਰ੍ਹਾਂ, ਇਹਦੇ ਅੰਦਰ ਕਿਉਂ ਆ ਔਗੁਣ ਹੈ, ਆਪਣੇ ਦੇਖਦੇ ਨਹੀਂ ਹੈ ਆਪਣੀ। ਔਰ ਸਫ਼ਰ ਆਪਣਾ ਹੈਗਾ ਔਰ ਮਾਰਕਿੰਗ ਆਪਣੀ ਹੋਣੀ ਹੈ ਭਾਈ। ਫਲ ਆਪਾਂ ਨੂੰ ਜਿਹੜਾ ਮਿਲਣਾ ਹੈ, ਜੋ ਬਿਜਾਈ ਕਰ ਰਹੇ, ਖੇਤ ਦੇ ਵਿੱਚ ਬੀਜ ਰਹੇ ਹੈ। ਆਵਣ ਜਾਣੇ ਪਰਜ ਮਤਲਬ ਪ੍ਰਜਾ, ਸਾਰੀ ਦੀ ਸਾਰੀ ਲੁਕਾਈ। ਵਿਗੋਈ ਮਤਲਬ ਵਿਗੜੀ ਹੋਈ ਹੈ ਭਾਈ ਸਾਰੀ ਦੀ ਸਾਰੀ। ਬਿਨ ਸਤਿਗੁਰ ਥਿਰ ਕੋਏ ਨਾ ਹੋਈ। ਕਹਿੰਦੇ ਵਿਗੜੀ ਮਤਲਬ ਕੀ ਹੈ? ਵੀ ਵਿਚਾਰਾਂ ਦੇ ਵਿੱਚ ਘੁੰਮੀ ਜਾ ਰਹੇ, ਵਿਚਾਰਾਂ ਦੇ ਵਿੱਚ 24/7 24 ਘੰਟੇ ਵਿਚਾਰ ਲਈ ਜਾਂਦੇ ਆ, ਫਲਾਣੇ ਦੇ ਟਿਮਕੇ ਦੇ, ਇਹਦੇ ਲੈ ਲੈ, ਉਹਦੇ ਲੈ ਲੈ। ਉਹ ਟਾਈਮ ਤਾਂ ਤੁਹਾਡਾ ਜਾ ਰਿਹਾ ਆ 2 ਘੰਟੇ 3 ਘੰਟੇ, ਤੁਸੀਂ ਤੁਹਾਡਾ ਟਾਈਮ ਖਾਧਾ ਗਿਆ। ਉਹ ਤੁਹਾਨੂੰ ਮਿਲਿਆ ਕਿ ਇੰਨਾ ਕੀਮਤੀ ਤਨ 10 ਰੁਪਏ ਬੰਦਾ ਖਰਚ ਕਰਨ ਜਿਹੜਾ ਹੈਗਾ ਉਹ ਨਹੀਂ ਕਰਨਾ ਚਾਹੁੰਦਾ, ਔਰ ਇੰਨਾ ਕੀਮਤੀ ਲੱਖਾਂ ਦੇ ਸਵਾਸ ਜਿਹੜੇ ਹੈਗੇ ਉਡਾ ਦਿੰਦਾ ਹੈ 1 ਮਿੰਟ 'ਚ ਹੀ। ਆਵਣ ਜਾਣੇ ਪਰਜ ਵਿਗੋਈ, ਬਿਨ ਸਤਿਗੁਰ ਥਿਰ ਕੋਏ ਨਾ ਹੋਈ। ਕਹਿੰਦੇ ਬਿਨ ਸਤਿਗੁਰ ਦਾ ਕੀ ਮਤਲਬ ਹੈ ਭਾਈ? ਪੂਰੇ ਗੁਰੂ ਦੀ ਮੱਤ ਤੋਂ ਬਗੈਰ, ਭਗਤੀ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਮਨ ਨੂੰ ਮਾਰੇ ਬਗੈਰ, ਸ਼ਬਦ ਗੁਰ ਕੇ ਸ਼ਬਦੇ ਮਰੈ ਮਨ, ਗੁਰ ਕੇ ਸ਼ਬਦੇ ਮਰੈ ਮਨ ਮਾਰੇ। ਇਸ ਤਰ੍ਹਾਂ ਮਰਨਾ ਹੈ ਭਾਈ, ਇਹਦੇ ਬਗੈਰ ਕੋਈ ਥਿਰ ਨਹੀਂ ਹੋ ਸਕਦਾ।
ਅੰਤਰ ਜੋਤ ਸ਼ਬਦ ਦੇ ਸੁਖ ਵਸਿਆ। ਅੰਦਰ ਜੋਤ ਆ ਸ਼ਬਦ ਦੇ ਨਾਲ ਜਿਹੜਾ ਹੈਗਾ ਆਪਾਂ ਸੁਰਤ ਜਿਹੜੀ ਆ ਉੱਥੇ ਤੱਕ ਪਹੁੰਚਦੀ ਹੈ ਭਾਈ। ਪਹਿਲਾਂ ਉਹ ਜੋਤ ਕਿਰਨ ਇੱਕ ਕਿਰਨ ਜਿਹੜੀ ਆਪਣੀ ਅੰਦਰ 'ਚ ਜੋਤ ਹੈ ਉਹ ਨਜ਼ਰ ਆਉਂਦੀ ਆ, ਫਿਰ ਉਹ ਜੋਤੀ ਜੋਤ ਮਿਲਾਇਆ, ਫਿਰ ਮਾਲਕ ਦੀ ਜੋਤ ਦੇ ਵਿੱਚ ਉਹ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਪੰਚਦੂਤ ਚਿਤ ਮੈਂ ਵਿਕਾਰਾ, ਇਹ ਮਾਲਕ ਦੇ ਬਣਾਏ ਹੋਏ ਆ ਭਾਈ। ਬਹੁਤ ਉਹਦੇ ਜਿਹੜੇ ਹੈਗੇ ਫੇਥਫੁਲ ਹੈਗੇ, ਬਹੁਤ ਜ਼ਿਆਦਾ, ਹਰੇਕ ਨੂੰ ਚਿੰਬੜੇ ਹੋਏ ਆ, ਇਹ ਮਾਇਆ ਨੂੰ ਦਿੱਤੇ ਹੋਏ ਆ ਭਾਈ ਭਲਵਾਨ। ਇਹਨਾਂ ਨੇ ਵਿਕਾਰ ਹੀ ਚਿਤ ਬਣਾਏ, ਜਿਹਦੇ ਅੰਦਰ ਹਰੇਕ ਦੇ ਅੰਦਰ ਇਹਨਾਂ ਨੇ ਵਿਕਾਰਾਂ ਵੱਲ ਨੂੰ ਹੀ ਪ੍ਰੇਰਨਾ ਹੈ। ਇਹ ਤਾਂ ਹਮੇਸ਼ਾ ਸੋਚਦੇ ਆ ਬਸ ਵੀ ਇਸ ਇਨਸਾਨ ਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ, ਹੰਕਾਰ ਦੇ ਵਿੱਚ ਕਿਤੇ ਨਾ ਕਿਤੇ ਫਸਾ ਦਈਏ ਇਹਨੂੰ। ਪੰਚਦੂਤ ਚਿਤ ਮੈਂ ਵਿਕਾਰਾ, ਮਾਇਆ ਮੋਹ ਕਾ ਇਹੋ ਪਸਾਰਾ। ਕਹਿੰਦੇ ਆ ਪਸਰਿਆ ਪਿਆ ਚੋਗਾ ਚਾਰ ਛਪੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਆ ਦੂਤਾਂ ਦਾ ਵਾਸਤੇ। ਇਹਨਾਂ ਨੇ ਆ ਚੋਗੇ ਦੇ ਵਿੱਚ ਆਪਾਂ ਨੂੰ ਆਹੀ ਪੰਜਦੂਤ ਇਹ ਵਿਕਾਰ ਹੈਗੇ ਭਾਈ। ਪੰਚਦੂਤ ਚਿਤ ਮੈਂ ਵਿਕਾਰਾ, ਮਾਇਆ ਮੋਹ ਕਾ ਇਹੋ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚਦੂਤ ਵਸ ਆਇਆ। ਧਿਆਨ ਸਿਮਰਨ ਕਰਾਂਗੇ, ਭਗਤੀ ਕਰਾਂਗੇ ਤੇ ਮੁਕਤ ਹੋ ਜਾਾਂਗੇ, ਨਹੀਂ ਤਾਂ ਪਾਏ ਬਸ ਇਹ ਪੰਜਾਂ ਦੂਤਾਂ ਦੇ ਵਸ ਦੇ ਵਿੱਚ ਆਪਾਂ ਰਵਾਂਗੇ। ਨਹੀਂ ਤਾਂ ਜਿਹੜੇ ਹੈਗੇ ਜੇ ਸਤਿਗੁਰੂ ਦੀ ਸੇਵਾ ਜੋ ਧਿਆਨ ਸਿਮਰਨ ਕਰ ਲਿਆ ਤੇ ਪੰਜ ਦੂਤ ਜਿਹੜੇ ਹੈਗੇ ਆਪਣੇ ਵਸ ਦੇ ਵਿੱਚ ਆ ਜਾਣਗੇ, ਪੈਰੀਂ ਆ ਕੇ ਪੈ ਜਾਣਗੇ, ਬੈਠ ਜਾਣਗੇ, ਆਰਾਮ ਨਾਲ ਟਿਕ ਕੇ ਬਹਿ ਜਾਣਗੇ ਭਾਈ, ਜੇ ਕਿਤੇ ਲੋੜ ਪਈ ਸਾਨੂੰ ਯੂਜ਼ ਕਰਨੀ। ਪੰਚਦੂਤ ਚਿਤ ਮੈਂ ਵਿਕਾਰਾ, ਮਾਇਆ ਮੋਹ ਕਾ ਇਹੋ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚਦੂਤ ਵਸ ਆਇਆ। ਬਾਜ ਗੁਰੂ ਹੈ ਮੋਹ ਗੁਬਾਰਾ। ਦੇਖ ਲਓ, ਗੁਰੂ ਤੋਂ ਬਗੈਰ, ਪੂਰੇ ਗੁਰੂ ਦੀ ਮੱਤ ਤੋਂ ਬਗੈਰ, ਪੂਰੇ ਗੁਰੂ ਦੇ ਸ਼ਬਦ ਤੋਂ ਬਗੈਰ, ਪੂਰੇ ਗੁਰੂ ਦੇ ਦੱਸੇ ਰਸਤੇ ਤੇ ਤੁਰਨ ਤੋਂ ਬਗੈਰ, ਕਹਿੰਦੇ ਇਹ ਜਿਹੜਾ ਹੈਗਾ ਚੋਗਾ ਜਿਹੜਾ ਹੈਗਾ ਇਹਦਾ ਮੋਹ ਬਸ ਆ ਗੁਬਾਰ ਆ। ਗੁਬਾਰ ਕੀ ਹੁੰਦਾ ਹੈ? ਜਦ ਦੇਖ ਲਓ ਕਦੀ ਤੂਫਾਨ ਆਏ, ਗੁਬਾਰ ਆ ਜਾਏ ਨਾ, ਤੇ ਗੱਡੀਆਂ ਜਿਹੜੀਆਂ ਸਾਈਡ ਤੇ ਕਰਨੀਆਂ ਪੈਂਦੀਆਂ ਰੋਡ ਤੋਂ ਭਾਈ, ਲਾਈਟਾਂ ਜਲਾ ਲਓ ਤਾਂ ਵੀ ਨਹੀਂ ਕੁਛ ਦਿਸਦਾ। ਐਸਾ ਜਿਹੜੇ ਹੈਗੇ ਐਸਾ ਗੁਬਾਰ ਚੜ ਜਾਂਦਾ ਹੈ, ਰਸਤਾ ਪਤਾ ਹੀ ਨਹੀਂ ਲੱਗਦਾ। ਉਹ ਗੱਲ ਕਰ ਰਹੇ ਆ, ਕਹਿੰਦੇ ਗੁਰੂ ਤੋਂ ਬਗੈਰ ਇਸ ਤਰ੍ਹਾਂ ਦਾ ਮਾਇਆ ਦਾ ਗੁਬਾਰ ਚੜਿਆ ਰਹਿੰਦਾ ਹੈ। ਫਿਰ ਕੀ ਹੁੰਦਾ? ਇਨਸਾਨ ਆਪਣੀ ਲੂਸ ਕਰ ਜਾਂਦਾ ਹੈ, ਬਸ ਉਮਰ ਖਤਮ, ਜੂਨਾਂ ਦੇ ਵਿੱਚ ਘੁੰਮੇ, ਡੁੱਬ ਗਿਆ ਸੰਸਾਰ ਸਮੁੰਦਰ ਦੇ ਵਿੱਚ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਇਹ ਪੰਜਾਂ ਦੂਤਾਂ ਦੇ ਰਾਹੀਂ। ਬਾਜ ਗੁਰੂ ਹੈ ਮੋਹ ਗੁਬਾਰਾ, ਫਿਰ ਡੁੱਬੇ ਵਾਰੋ ਵਾਰ, ਔਰ ਬਾਰ ਡੁੱਬਦਾ ਇਨਸਾਨ, ਬਾਰ ਡੁੱਬਦਾ, ਬਾਰ ਜਿਹੜਾ ਹੈਗਾ। ਦੇਖੋ ਬਾਰ ਲਿਖਤਾ, ਪਰ ਇੱਕ ਵਾਰੀ ਜਿਹੜੀ ਦੁਬਾਰਾ ਦੂਸਰੀ ਵਾਰੀ ਆਉਣ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਭਾਈ। ਬਾਜ ਗੁਰੂ ਹੈ ਮੋਹ ਗੁਬਾਰਾ, ਫਿਰ ਡੁੱਬੇ ਵਾਰੋ ਵਾਰਾ। ਔਰ ਜਿਹੜਾ ਹੈਗਾ ਹਮੇਸ਼ਾ ਹੀ ਆਪਾਂ ਹਰ ਰੋਜ਼ ਜਿਹੜੇ ਹੈਗੇ ਡੁੱਬੀ ਜਾ ਰਹੇ, ਹਰ ਰੋਜ਼ ਇਹੀ ਕੁਛ ਹੋ ਰਿਹਾ। ਕੋਈ ਦਿਨ ਵੀ ਤਾਂ ਸਾਰਥਕ ਹੋ ਨਹੀਂ ਰਿਹਾ। ਸਤਿਗੁਰ ਭੇਟੇ ਸੱਚ ਦ੍ਰਿੜਾਏ, ਸੱਚ ਨਾਮ ਮਨੇ ਪਾਇਆ। ਬਸ ਜਿਹਨੂੰ ਗੁਰੂ ਮਿਲ ਗਿਆ, ਪੂਰਾ ਬ੍ਰਹਮ ਗਿਆਨੀ ਮਿਲ ਗਏ, ਉਹਨਾਂ ਨੇ ਭਾਈ ਦੱਸ ਦਿੱਤਾ ਤੂੰ ਕੀ ਕਰੀ ਜਾ ਰਿਹਾ ਪਿਆਰਿਆ, ਇਹਦਾ ਤੂੰ ਦੱਸ ਤਾਂ, ਤੇਰੀ ਆਊਟਪੁੱਟ ਤਾਂ ਦੇ। ਤੂੰ ਇੰਨੇ ਸਾਲ, ਇੰਨੀ ਉਮਰ ਹੋ ਗਈ ਤੇਰੀ, 50 60 70 ਸਾਲ ਹੋ ਗਏ, ਦੱਸ ਤੂੰ ਕੀਤਾ ਕੀ ਹੈ ਪਿਆਰਿਆ। ਕੱਲ ਨੂੰ ਮੌਤ ਹੋ ਜਾਊਗੀ, ਤੂੰ ਕੀ ਲੈ ਕੇ ਜਾਏਗਾ ਨਾਲ? ਸਮਝਾ ਤਾਂ ਸਹੀ ਨਾ। ਆਹ ਤਾਂ ਬਾਣੀ ਤਾਂ ਆ ਕਹਿ ਰਹੀ ਹੈ ਭਾਈ। ਉਹਨੇ ਤਾਂ ਰਾਤ ਕਹਿੰਦੇ ਆਹ ਸੱਚ ਕਿੱਥੇ ਕੱਚ ਨੂੰ ਫੜ ਕੇ ਬੈਠਾ ਹੋਇਆ। ਹੁਣ ਵੀ ਜਿਹੜਾ ਹੈਗਾ ਸਵਾਸ ਹੈ, ਆ ਲੈ ਸੱਚਾ ਤਨ, ਨਾਮ ਤਨ ਇਕੱਠਾ ਕਰ। ਦੜਾਣਾ ਕੀ ਹੈ? ਪੱਕਾ ਕਰ ਦਿੱਤਾ ਭਾਈ। ਭਗਤੀ ਕਰਨੀ ਛੱਡਣੀ ਨਹੀਂ ਹੈ, ਰੋਜ਼ ਕਰਨੀ ਹੈ, 2 ਟਾਈਮ ਭਗਤੀ ਕਰਨੀ ਹੈ, ਲਾਜ਼ਮੀ ਕਰਨੀ ਹੈ। ਸੁਣ ਦੇ ਵਿੱਚ ਬੈਠਣਾ ਹੀ ਬੈਠਣਾ ਹੈ। ਸਤਿਗੁਰ ਭੇਟੇ ਸੱਚ ਦ੍ਰਿੜਾਏ ਮਤਲਬ ਪੱਕਾ। ਸੱਚ ਨਾਮ ਮਨੇ ਪਾਇਆ,
ਫਿਰ ਉਹ ਨਾਮ ਜਿਹੜਾ ਹੈਗਾ ਮਨ ਨੂੰ ਭਾ ਜਾਂਦਾ ਹੈ। ਇੱਕ ਵਾਰੀ ਸੁਣ ਜਿਹੜੀ ਹੈਗੀ 10 ਸਕਿੰਟ ਦੀ ਵੀ ਸੁਣ ਦੇ ਦਿਓ ਮਨ ਨੂੰ, ਮਨ ਖੁਸ਼ ਹੋ ਜਾਏਗਾ ਬਿਲਕੁਲ। ਉਹ ਤਾਂ ਘੱਟ ਤੋਂ ਘੱਟ 15 ਦਿਨ ਜਿਹੜੀ ਹੈਗੀ ਤੁਹਾਨੂੰ ਚੱਲੇਗੀ। ਉਹ ਇੰਨਾ ਉਹਦੇ ਅੰਦਰ ਨਸ਼ਾ ਹੈਗਾ। 10 ਸਕਿੰਟ ਦੀ ਸੁਣ ਦੇ ਦਿਓ ਮਨ ਨੂੰ। ਸਤਿਗੁਰ ਭੇਟੇ ਸੱਚ ਦ੍ਰਿੜਾਏ, ਸੱਚ ਨਾਮ ਮਨੇ ਪਾਇਆ। ਸਾਚਾ ਦਰ ਸਾਚਾ ਦਰਬਾਰਾ। ਮਾਲਕ ਪਰਮਾਤਮਾ ਦਾ ਦਰ ਆਪਣੇ ਅੰਦਰ ਹੀ ਹੈਗਾ ਪਾਏ, ਉਹਦਾ ਦਰਬਾਰ ਵੀ ਆਪਣੇ ਅੰਦਰ ਹੀ ਆ। ਜਦੋਂ ਮਾਲਕ ਪਰਮਾਤਮਾ ਹੀ ਆਪਣੇ ਅੰਦਰ ਹੈਗਾ ਤੇ ਹੋਇਆ ਉਹਦਾ ਸੱਚਾ ਦਰ ਆ। ਆਤਮਾ ਵੱਲ ਨੂੰ ਜੇ ਆਪਾਂ ਆਤਮਾ ਵੱਲ ਨੂੰ ਜਿਹੜੀ ਯਾਤਰਾ ਕਰਾਂਗੇ ਤੇ ਪਹੁੰਚ ਜਾਵਾਂਗੇ ਦਰ ਤੇ, ਉਹਦੇ ਦਰਬਾਰ 'ਚ। ਕਿਹੜੇ ਪਹੁੰਚਦੇ ਆ? ਸੱਚੇ ਸੇਵੇਂ ਸ਼ਬਦੇ ਪਿਆਰਾ, ਜਿਨ੍ਹਾਂ ਨੂੰ ਇਹ ਧਿਆਨ ਸਿਮਰਨ ਭਗਤੀ ਜਿਹੜੀ ਹੈ ਪਿਆਰੀ ਲੱਗਦੀ ਆ, ਔਰ ਉਸ ਸੱਚੇ ਮਾਲਕ ਪਰਮਾਤਮਾ ਨੂੰ, ਉਹਨੂੰ ਆਤਮਾ ਨੂੰ ਸੇਵਦੇ ਆ, ਆਤਮਾ ਦਾ ਧਿਆਨ ਕਰਦੇ ਆ, ਭਗਤੀ ਕਰਦੇ ਆ। ਸੱਚੀ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਔਰ ਉਹਨਾਂ ਦੇ ਅੰਦਰ ਜਿਹੜੀ ਹੈਗੀ ਉਹ ਧੁਨ ਪ੍ਰਗਟ ਹੋ ਜਾਂਦੀ ਹੈ, ਸੱਚੀ ਧੁਨ। ਔਰ ਆਇਆ ਉਸ ਮਾਲਕ ਪਰਮਾਤਮਾ ਦੇ ਗੁਣ ਗਾਉਣੇ ਪਾਏ। ਇਸ ਤਰ੍ਹਾਂ ਜਿਹੜੇ ਗੁਣ ਅਭਿਆਸੀ ਦੇ ਅੰਦਰ ਗੁਣ ਪ੍ਰਗਟ ਹੋ ਜਾਂਦੇ ਆ, ਅਵਗੁਣ ਜਿਹੜੇ ਆ ਉਹ ਅਛੋਪ ਹੋ ਜਾਂਦੇ ਆ। ਸੱਚੀ ਧੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਇਸ ਤਰ੍ਹਾਂ ਸੱਚ ਦੇ ਵਿੱਚ ਸਮਾਣਾ ਕੀ ਹੈ? ਸੱਚ ਹੀ ਬਣ ਗਿਆ, ਜੀਵਨ ਦੇ ਵਿੱਚ ਸੱਚ ਆ ਗਿਆ, ਆਤਮਾ ਦੇ ਵਿੱਚ ਲੀਨ ਹੋ ਜਾਂਦਾ ਇਨਸਾਨ। ਸੱਚ ਆਤਮ ਤਲ ਤੇ ਜਿਹੜਾ ਹੈਗਾ ਉਹ ਗਤੀ ਕਰਨ ਲੱਗ ਜਾਂਦਾ। ਬਿਲਕੁਲ ਜਿਹੜਾ ਮਨ ਹੈ ਉਹਨੂੰ ਜਨਮਾਂਤਰਾਂ ਦੀ ਜਿਹੜੀ ਮੈਲ ਲੱਗੀ ਸੀ ਔਗਣਾ ਰੂਪੀ, ਉਹ ਹੌਲੀ ਝੜਦੀ ਉਹ ਅਸਲ ਰੂਪ ਜਿਹੜਾ ਲਿਸ਼ਕਾਰੇ ਮਾਰਨ ਲੱਗ ਜਾਂਦਾ। ਬਿਲਕੁਲ ਇਹੀ ਆ। ਘਰੇ ਅੰਦਰ ਕੋ ਘਰ ਪਾਏ, ਕਿ ਦੇਖ ਲਓ ਸਰੀਰ ਦੇ ਅੰਦਰ ਹੀ ਘਰ ਹੈਗਾ ਪਾਈ। ਕੋਈ ਟਾਵਾਂ ਜਿਹੜਾ ਹੈਗਾ ਉਸ ਘਰ ਨੂੰ ਲੱਭਦਾ, ਆਤਮਾ ਨੂੰ ਕੋਈ ਟਾਵਾਂ ਜਿਹੜਾ ਉੱਥੇ ਤੱਕ ਪਹੁੰਚਦਾ ਹੈ। ਇਹ ਮਨ ਨੂੰ ਵੇਖਦਾ ਹੈ, ਨਹੀਂ ਤਾਂ ਮਨ ਤਾਂ ਜਿਹੜਾ ਹੈਗਾ ਟਨਾ ਟਨ ਵੱਜਦਾ ਹੈ ਪਾਏ। ਮਨ ਦੇ ਵਿੱਚ ਵੜਾਂਗੇ ਤੇ ਉਸੇ ਵੇਲੇ ਉਹ ਕਹਿੰਦੇ ਬਸ ਜਿਵੇਂ ਕਹਿੰਦੇ ਬਿਲਕੁਲ ਬੈਕ ਪਿੱਛੇ ਫੋਰਸ ਸਪਰਿੰਗ ਵਾਂਗੂ ਹੁੰਦਾ ਹੈ ਕੰਮ। ਇੰਨਾ ਤਾਕਤ ਹੈ ਮਨ ਦੇ ਵਿੱਚ। ਘਰੇ ਅੰਦਰ ਕੋ ਘਰ ਪਾਏ, ਗੁਰ ਕੇ ਸ਼ਬਦੇ ਸਹਿਜ ਸੁਭਾਏ। ਆਹੀ ਇੱਕ ਤਰੀਕਾ ਹੈ ਭਾਈ ਭਗਤੀ, ਧਿਆਨ ਸਿਮਰਨ, ਵਿਚਾਰ ਬੰਦ ਕਰਨੇ, ਸਹਿਜ ਸੁਭਾਏ। ਜਿਹੜਾ ਸਹਿਜ ਦੇ ਵਿੱਚ ਹੀ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਉਹ ਖਰਾ ਸੋਨਾ ਹੋ ਜਾਂਦਾ। ਘਰੇ ਅੰਦਰ ਕੋ ਘਰ ਪਾਏ, ਗੁਰ ਕੇ ਸ਼ਬਦੇ ਸਹਿਜੇ ਸੁਭਾਏ। ਉੱਥੇ ਸੋਗ ਵਿਜੋਗ ਨਾ ਵਿਆਪੈ, ਸਹਿਜੇ ਸਹਿਜ ਸਮਾਇਆ। ਕਹਿੰਦੇ ਉਸ ਜਗ੍ਹਾ ਤੇ ਫਿਰ ਨਾ ਤਾਂ ਕੋਈ ਸੋਗ ਹੈਗਾ ਔਰ ਨਾ ਹੀ ਤੇ ਫਿਰ ਵਿਜੋਗ ਹੈ। ਆਤਮ ਤਲ ਤੇ ਉੱਤੇ ਆਤਮ ਦਰਸ਼ਨ ਹੋ ਜਾਂਦੇ ਆ ਪਾਏ। ਸਹਿਜੇ ਹੌਲੀ ਸਹਿਜ ਦੇ ਵਿੱਚ ਜਿਹੜਾ ਹੈਗਾ ਵਿਚਾਰ ਘਟੀ ਜਾਂਦੇ ਆ ਔਰ ਫਾਈਨਲੀ ਜਿਹੜੀ ਸਹਿਜ ਦੇ ਵਿੱਚ ਜਿਹੜੀ ਹੈਗੀ ਆ ਸਮਾਈ ਹੋ ਜਾਂਦੀ ਹੈ ਆਤਮ ਲੈਵਲ ਦੇ ਉੱਤੇ। ਇਹ ਵਿਚਾਰ ਮੰਡਲ ਕ੍ਰਾਸ ਹੋ ਜਾਂਦਾ ਹੈ। ਇਹ ਹੈਗਾ ਭਗਤੀ ਧਿਆਨ ਸਿਮਰਨ ਲਈ ਵਾਲਾ ਰਸਤਾ। ਹੁਣ ਜਿਹੜਾ ਹੈਗਾ ਦੂਸਰਾ 11ਵੇਂ ਬੰਦ ਦੇ ਵਿੱਚ ਮਹਾਰਾਜ ਦੂਸਰੀ ਗੱਲ ਕਰ ਰਹੇ ਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ। ਕਹਿੰਦੇ ਹੁਣ ਮਾਇਆ ਦੇ ਵਿੱਚ 24 ਘੰਟੇ ਜਿਹੜੇ ਹੈਗੇ ਆ ਕੌਣ ਬੈਠਦੇ ਆ? ਕਹਿੰਦੇ ਦੁਸ਼ਟ ਲੋਕੀ ਬੈਠਦੇ। ਦੁਸ਼ਟ ਹੁੰਦੇ ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ, ਜਿਨ੍ਹਾਂ ਦੇ ਅੰਦਰ ਜਿਹੜੇ ਹੈਗੇ ਨੈਗੇਟਿਵਿਟੀ ਹੁੰਦੀ ਹੈ। ਕਹਿੰਦੇ ਉਹ ਫਿਰ ਕੀ ਕਰਦੇ ਆ? ਦੂਜੇ ਪਾਏ ਉਹਨਾਂ ਨੂੰ ਡੁਐਲਿਟੀ ਪਦਾਰਥ ਚੋਗਾ ਇਹ ਭੋਗ ਵਿਲਾਸ ਇਹ ਚੰਗੇ ਲੱਗਦੇ ਆ। ਬਸ ਇਹਨਾਂ ਦੇ ਵਿੱਚ ਹੀ ਉਹਨਾਂ ਦਾ ਵਾਸਾ ਹੁੰਦਾ। ਪਾਉਂਦੇ ਫਿਰੇ ਬਹੁ ਮੋਹ ਪਿਆਸਾ। ਔਰ ਇਸ ਤਰ੍ਹਾਂ ਪਾਉਂਦੇ ਆ ਪੂਰੇ ਦੇ ਪੂਰੇ ਉਹਦੇ ਵਿੱਚ ਹੀ ਜਿਹੜਾ ਹੈਗਾ ਇੰਨਾ ਮੋਹ ਹੈ ਔਰ ਫਿਰ ਵੀ ਜਿਹੜੀ ਹੈ ਪਿਆਸ ਨਹੀਂ ਜਾਂਦੀ ਉਹਨਾਂ ਦੀ। ਜਿੰਨਾ ਪਦਾਰਥ ਲੈਂਦੇ ਆ ਭੋਗਦੇ ਆ ਓਨੀ ਪਿਆਸ ਵਧੀ ਜਾਂਦੀ ਹੈ। ਔਰ ਉਹ ਜਿਹੜੇ ਹੈਗੇ ਉਹ ਹੁੱਕ ਐਂਡ ਕਰੁੱਕ ਜਿਹੜੀ ਹੈਗੀ ਔਰ ਉਹਨਾਂ ਦੀ ਸੰਗਤ ਵੀ ਉਹੀ ਜਿਹੀ ਹੁੰਦੀ ਹੈ। ਮਾੜੇ ਬੰਦਿਆਂ ਦੀ ਮਾੜੀ ਸੰਗਤ ਹੁੰਦੀ ਹੈ
ਕੁਸੰਗਤ, ਉਹ ਸੰਗਤ ਦੇ ਵਿੱਚ ਨਹੀਂ ਜਾਂਦੇ ਭਾਈ। ਕੁਸੰਗਤ ਬਹੇ ਸਦਾ ਦੁੱਖ ਪਾਵੇਂ, ਔਰ ਹਮੇਸ਼ਾ ਜਿਹੜੇ ਹੈਗੇ ਦੁਖੀ ਹੁੰਦੇ ਆ। ਕੁਸੰਗਤ ਬਹੇ ਸਦਾ ਦੁੱਖ ਪਾਵੇਂ, ਕਿਉਂਕਿ ਮਾਲਕ ਨੇ ਸੁਖ ਨਾਮ ਦੀ ਚੀਜ਼ ਉਹ ਰੱਖੀ ਜਿਹੜੀ ਹੈਗੀ ਲਿਵ ਵਾਲੇ ਰਸਤੇ ਦੇ ਉੱਤੇ। ਕੁਸੰਗਤ ਬਹੇ ਸਦਾ ਦੁੱਖ ਪਾਵੇਂ, ਦੁੱਖੋ ਦੁੱਖ ਕਮਾਇਆ, ਔਰ ਉਹਨਾਂ ਦੀ ਕਮਾਈ ਕੀ ਹੈ? ਦੁੱਖ ਹੀ ਦੁੱਖ, ਮਾਇਆ ਹੀ ਮਾਇਆ ਕਮਾ ਰਹੇ। ਮਾਇਆ ਜੇਵੜ ਦੁੱਖ ਨਾ ਕੋਈ। ਔਰ ਸੰਗਤ ਕਹਿੰਦੇ, ਮਹਾਰਾਜ ਕਹਿੰਦੇ, ਬਾਣੀ ਕਹਿੰਦੀ ਹੈ ਤੂੰ ਸੰਗਤ ਸੰਗਤ ਕਹਿ ਰਹੇ ਆ, ਸੰਗਤ ਜਿਹੜੀ ਹੈਗੀ ਆ ਪਿਆਰਿਓ, ਸੰਗਤ ਸਤਿਗੁਰੂ ਬਾਝੋਂ ਸੰਗਤ ਨਾ ਹੋਈ। ਬ੍ਰਹਮ ਗਿਆਨ ਤੋਂ ਬਗੈਰ, ਬ੍ਰਹਮ ਗਿਆਨੀਆਂ ਤੋਂ ਬਗੈਰ ਸੰਗਤ ਹੋ ਹੀ ਨਹੀਂ ਸਕਦੀ। ਸਤਿਗੁਰੂ ਬਾਝੋਂ ਸੰਗਤ ਨਾ ਹੋਈ। ਸੱਚ ਤੋਂ ਬਗੈਰ ਸੰਗਤ ਕਾਦੀ ਹੈ ਭਾਈ? ਸਤਿਗੁਰੂ ਬਾਝੋਂ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਔਰ ਸਤਿਗੁਰੂ ਬਗੈਰ ਸੰਗਤ ਨਹੀਂ ਹੈ। ਔਰ ਫਿਰ ਜਿਹੜਾ ਹੈਗਾ ਸ਼ਬਦ ਤੋਂ ਬਗੈਰ ਸੰਸਾਰ ਸਮੁੰਦਰ ਤੋਂ ਆਪਾਂ ਪਾਰ ਨਹੀਂ ਪਾ ਸਕਦੇ। ਇਹ ਭਗਤੀ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਸੰਸਾਰ ਸਮੁੰਦਰ ਤੋਂ ਲੰਘਿਆ ਨਹੀਂ ਜਾ ਸਕਦਾ। ਕੋਈ ਵੀ ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਸਹਜੇ ਗੁਣ ਰਵੇਂ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਔਰ ਜਿਨ੍ਹਾਂ ਨੂੰ ਜਿਹੜੇ ਸੰਗਤ ਕਰਦੇ ਆ, ਜਿਨ੍ਹਾਂ ਨੂੰ ਬ੍ਰਹਮ ਗਿਆਨ ਹੈਗਾ, ਜਿਨ੍ਹਾਂ ਦੇ ਕੋਲ ਧਿਆਨ ਸਿਮਰਨ ਹੈਗਾ, ਔਰ ਸਹਿਜ ਸਹਿਜ ਦਿਨ ਰਾਤ ਜਿਹੜੇ, ਦੇਖੋ ਦਿਨ ਰਾਤੀ, ਸਹਜੇ ਗੁਣ ਰਵੇਂ ਦਿਨ ਰਾਤੀ। ਮੈਕਸੀਮਮ ਜਿਹੜਾ ਦਿਨ ਰਾਤ ਦਾ ਮਤਲਬ ਉਹਨਾਂ ਨੇ ਸੌਣਾ ਵੀ ਹੈ ਭਾਈ, ਬੱਚੇ ਵੀ ਦੇਖਣੇ ਆ, ਉਹਨਾਂ ਨੇ ਜੌਬ ਵੀ ਕਰਨੀ ਹੈ ਆਪਣੀ, ਸਾਰਾ ਕੁਝ ਕਰਨਾ ਹੈ। ਦਿਨ ਰਾਤ ਦਾ ਮਤਲਬ ਆ ਉਹਨਾਂ ਦੇ ਅੰਦਰ ਮੈਕਸੀਮਮ ਜਿਹੜੀ ਉਹਨਾਂ ਦੀ ਪ੍ਰਾਇੋਰਟੀ ਹੈਗੀ, ਉਹਨਾਂ ਦਾ ਇੰਟਰਸਟ ਹੈਗਾ, ਉਹਨਾਂ ਦਾ ਬੈਂਟ ਆਫ ਮਾਈਂਡ ਹੈਗਾ, ਉਹ ਭਗਤੀ ਹੈਗਾ। ਸਹਜੇ ਗੁਣ ਰਵੇਂ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਫਿਰ ਜੋਤ ਦੇ ਵਿੱਚ ਜੋਤ ਮਿਲ ਜਾਂਦੀ ਹੈ ਭਾਈ। ਪਹਿਲਾਂ ਜੋਤ ਆਪਣੀ ਪ੍ਰਗਟ ਹੁੰਦੀ ਹੈ, ਉਸ ਤੋਂ ਬਾਅਦ ਫਿਰ ਪਰਮ ਜੋਤ ਪ੍ਰਗਟ ਉਹਦੇ ਵਿੱਚ ਮਿਲ ਜਾਂਦੀ। ਕਾਇਆ ਬਿਰਖ ਪੰਖੀ ਵਿੱਚ ਵਾਸਾ, ਇਹ ਸਰੀਰ ਬਿਰਖਿਆ ਪਾਏ, ਮਨ ਪੰਖੀ ਹੈਗਾ, ਉੱਡ ਉੱਡ ਕੇ ਬਾਹਰ ਚਲੇ ਜਾਂਦਾ ਹੈ ਬਸ। ਕਾਇਆ ਬਿਰਖ, ਸਰੀਰ ਇੱਕ ਦਰਖਤ ਹੈਗਾ ਭਾਈ, ਪੰਖੀ ਹੈਗਾ, ਉਹਦੇ ਵਿੱਚ ਪੰਖੀ ਦਾ ਵਾਸਾ ਹੈਗਾ, ਲਿਮਿਟਿਡ ਟਾਈਮ ਵਾਸਤੇ ਹੈਗਾ। ਅੰਮ੍ਰਿਤ ਚੁਗੇ ਗੁਰ ਸ਼ਬਦੇ ਨਿਵਾਸਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਆਪਣੇ ਅੰਦਰ ਹੀ ਨਿਵਾਸ ਕਰ ਲਿਆ, ਉਹ ਜਿਹੜੇ ਹੈਗੇ ਉਹ ਫਿਰ ਜਿਹੜੇ ਹੈਗੇ ਅੰਮ੍ਰਿਤ ਤੱਕ ਪਹੁੰਚ ਜਾਂਦੇ ਆ ਭਾਈ। ਔਰ ਜਿਨ੍ਹਾਂ ਨੂੰ ਅੰਮ੍ਰਿਤ ਮਿਲ ਗਿਆ ਉਹ ਕਿਉਂ ਜਾਣਗੇ ਛੱਡ ਕੇ ਦਰਖਤ ਨੂੰ? ਉੜੇ ਨਾ ਮੂਲੇ ਨਾ ਆਵੇਂ ਨਾ ਜਾਹੀ, ਨਿਜ ਕਰੇ ਵਾਸਾ ਪਾਇਆ। ਬਿਲਕੁਲ ਨਹੀਂ ਉੱਡਦੇ ਪਾਏ, ਨਾ ਕਿਤੇ ਜਾਂਦੇ ਆ ਨਾ ਆਉਂਦੇ ਆ। ਨਿਜ ਘਰ ਦੇ ਵਿੱਚ ਆਪਣੇ ਜਿਹੜੇ ਹੈਗੇ ਸਹਿਜ ਅਵਸਥਾ ਦੇ ਵਿੱਚ ਵਾਸਾ ਪਾ ਲੈਂਦੇ ਆ। ਇਹ ਤੇਰ ਘਰ ਹੈ ਜੀ, ਤੇਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਾਇਆ ਸੋਧੈ ਸ਼ਬਦ ਵਿਚਾਰੇ, ਆ ਕਾਇਆ ਇਹ ਔਗੁਣ ਭਰੀ ਹੈ ਭਾਈ। ਇਹਦੇ ਅੰਦਰ ਔਗੁਣ ਹੈ। ਕਾਇਆ ਨੂੰ ਸੋਧਣਾ ਹੈਗਾ ਭਾਈ। ਆਪਾਂ ਸਰੀਰ ਦੇ ਵਾਸਤੇ ਜਿਹੜਾ ਹੈਗਾ, ਇਹ ਕਾਇਆ ਦੇ ਵਾਸਤੇ ਹੀ ਜਿਹੜਾ ਹੈਗਾ ਆਪਾਂ ਇਸੇ ਨੂੰ ਖਿਡਾਉਣੇ ਪਿਲਾਉਣੇ ਰਹਿੰਦੇ ਹਾਂ, ਹੁੱਕ ਐਂਡ ਕਰੁੱਕ ਔਗੁਣ ਕਰੀ ਜਾਂਦੇ ਹਾਂ ਕਾਇਆ ਦੇ ਦੁਆਰਾ। ਇਹਨੂੰ ਸੋਧਣਾ ਹੈ। ਕਾਇਆ ਸੋਧੇ ਸ਼ਬਦ ਵਿਚਾਰੇ, ਕਿਉਂਕਿ ਸਵਾਦ ਜਿਹੜਾ ਹੈਗਾ ਉਹ ਮਨ ਨੂੰ ਮਿਲਦਾ ਹੈ ਸਵਾਦ, ਇਸ ਕਰਕੇ ਕਾਇਆ ਸੋਧਣਾ ਤੇ ਇਹਨੂੰ ਵਿਸ਼ਰਾਮ ਅਵਸਥਾ 'ਚ ਸਰੀਰ ਨੂੰ ਪਹਿਲਾਂ ਤਾਂ ਲਿਆਉਣਾ, ਇਹਨੂੰ ਸੋਧੋ। ਇਹਨੂੰ ਬਹੁਤ ਜ਼ਿਆਦਾ ਭਜਦਾ, ਇਹ ਮਨ ਭਜਾਉਂਦਾ ਤੇ ਉਵੇਂ ਭਜਦਾ ਹੈ, ਉਵੇਂ ਇਹਦੀ ਕਰਮ ਇੰਦਰੀਆਂ, ਗਿਆਨ ਇੰਦਰੀਆਂ, ਉਹ ਜਿਹੜੀਆਂ ਸਾਰੀਆਂ ਕੰਮ ਕਰਦੀਆਂ, ਜਿਹੜੀਆਂ ਇਹਦੀਆਂ ਬੋਡੀ ਪਾਰਟਸ ਹੈ ਸਾਰੇ। ਤਾਂ ਕਾਇਆ ਸੋਧੀ ਤੇ ਮਨ ਜਿਹੜਾ ਹੈਗਾ ਉਹ ਸ਼ਬਦ ਵਿਚਾਰ 'ਚ ਲੱਗ ਗਿਆ, ਬਸ ਉਹ ਉੱਡ ਗਿਆ, ਪੰਖੀ ਜਿਹੜਾ ਥਿਰ ਹੋ ਗਿਆ। ਮਨ ਨੂੰ ਰੋਕ ਲਓ, ਬਸ ਸਾਰਾ ਕੁਝ ਹੋ ਗਿਆ। ਮਨ ਮੇਨ ਆਪਾਂ ਨੂੰ ਸਰੀਰ ਦੇ ਉੱਤੇ ਵਰਕਆਊਟ ਨਹੀਂ ਕਰਨਾ, ਮੇਨ ਆਪਾਂ ਨੂੰ ਮਨ ਦੇ ਉੱਤੇ ਵਰਕਆਊਟ ਕਰਨਾ ਹੈ। ਮਨ ਨੂੰ ਜਿਹੜਾ ਹੈਗਾ ਇਹ ਸਰੀਰ ਦੇ ਦੁਆਰਾ ਭੋਗਾਂ ਦੇ ਵਿੱਚ ਜਾਣੋ ਜਿਹੜਾ ਹੈਗਾ ਰੋਕਣਾ ਹੈਗਾ, ਬਸ ਆਇਆ। ਕਾਇਆ ਸੋਧੇ ਸ਼ਬਦ ਵਿਚਾਰੇ, ਮੋਹ ਠਗੋਰੀ ਭਰਮ ਨਿਵਾਰੇ। ਦੇਖੋ ਕੀ ਕਹਿ ਰਹੀ ਬਾਣੀ,
ਕਹਿੰਦੇ ਠੱਗ ਬੂਟੀ ਪਾਈ ਹੋਈ ਆ ਮਾਲਕ ਨੇ, ਖਿਲਾਰਿਆ ਹੋਇਆ ਚੋਗਾ ਪਿਆਰਿਆ ਕੁੰਡੀਆਂ ਦੇ ਵਿੱਚ, ਜ਼ਬਰਦਸਤ ਕੁੰਡੀਆਂ ਹੈਗੀਆਂ। ਬਸ ਇਹ ਠੱਗ ਬੂਟੀ ਹੈ, ਪਿੱਛੇ ਵਿੱਚ ਕੁੰਡੀ ਹੈਗੀ ਆ, ਖਿੱਚ ਲੈਣਾ ਉਹਨੇ ਮੱਛੀ ਵਾਂਗੂ। ਇਹ ਭਰਮ ਨਿਵਾਰੇ, ਇਹ ਭਰਮ ਜਾਂ ਧੋਖਾ ਹੈਗਾ, ਟਰੈਪ ਹੈਗੀ ਭਾਈ। ਮੋਹ ਠਗੋਰੀ ਭਰਮ ਨਿਵਾਰੇ, ਬਸ ਇਹਨੂੰ ਛੱਡ ਦੇ। ਆਪੇ ਕਿਰਪਾ ਕਰੇ ਸੁਖ ਦਾਤਾ, ਆਪੇ ਮੇਲ ਮਿਲਾਇਆ। ਆਇਆ ਮਾਲਕ ਪਰਮਾਤਮਾ ਦੀ, ਉਹਨੇ ਕਿਰਪਾ ਕਰਨੀ ਹੈ, ਸੁੱਖਾਂ ਦੇ ਦਾਤੇ ਨੇ, ਔਰ ਇਸ ਤਰ੍ਹਾਂ ਮੇਲ ਮਿਲਾ ਲੈਂਦਾ ਹੈ ਉਹ ਮਾਲਕ ਪਰਮਾਤਮਾ। ਕਿਹਨੂੰ ਮਿਲਾ ਲੈਂਦਾ? ਹੁਣ ਇੱਥੇ ਤਾਂ ਦੇਖੋ ਇੱਕ ਲਾਈਨ ਨੂੰ ਜੇ ਆਪਾਂ ਲੈ ਕੇ ਬੈਠਾਂਗੇ, ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ, ਬਈ ਮਾਲਕ ਨੇ ਕਿਰਪਾ ਕਰਨੀ ਹੈ ਜੀ, ਸੁੱਖਾਂ ਦੇ ਦਾਤੇ ਨੇ, ਉਹਨੇ ਮੇਲ ਮਿਲਾਉਣਾ ਹੈ, ਕਹਾਣੀ ਖਤਮ। ਆ ਪੂਰਾ ਜਿਹੜਾ ਇੱਕ ਬੰਦ ਵਿਚਾਰ ਲਓ ਤੇ ਅੱਖਾਂ ਖੁੱਲ ਜਾਂਦੀਆਂ। ਕਾਇਆ ਸੋਧੇ ਸ਼ਬਦ ਵਿਚਾਰੇ, ਕੌਣ? ਜਿਹਨੂੰ ਜਿਹੜੇ ਚਾਹੁੰਦੇ ਆ ਕਿਰਪਾ ਮਾਲਕ ਪਰਮਾਤਮਾ ਦੀ, ਜਿਹੜੇ ਚਾਹੁੰਦੇ ਆ ਮਾਲਕ ਪਰਮਾਤਮਾ ਮਿਲਾ ਲੈ ਸਾਨੂੰ। ਕਾਇਆ ਸੋਧੇ ਸ਼ਬਦ ਵਿਚਾਰੇ, ਦੇਖੋ ਦੋਨੋਂ ਕੰਡੀਸ਼ਨਾਂ। ਪਹਿਲਾਂ ਤਾਂ ਸ਼ਬਦ ਵਿਚਾਰਨਾ ਪਊਗਾ ਆਪਾਂ ਨੂੰ, ਇਹ ਬਾਣੀ ਕਹਿ ਕੀ ਰਹੀ ਆ, ਕੀ ਕੰਮ ਕਰਨ ਨੂੰ ਕਹਿ ਰਹੀ, ਕੀ ਛੱਡਣ ਨੂੰ ਕਹਿ ਰਹੀ ਆ। ਕਾਇਆ ਸੋਧੇ ਸ਼ਬਦ ਵਿਚਾਰੇ, ਦੇਖੋ ਬਾਣੀ ਤਾਂ ਪਾਰ ਹੁਣ ਦੇਖੋ ਇੱਥੇ ਉੱਪਰ ਕੀ ਕਹਿ ਰਹੀ ਹੈ ਬਾਣੀ, ਕਾਇਆ ਬਿਰਖ ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੇ ਗੁਰ ਸ਼ਬਦੇ ਨਿਵਾਸਾ, ਉਡੇ ਨਾ ਮੂਲੇ ਨਾ ਮੈਂ ਨਾ ਜਾਹੀ, ਨਿਜ ਕਰ ਵਾਸਾ ਪਾਇਆ। ਆਹ ਦੇਖੋ ਬਾਣੀ ਬਿਲਕੁਲ ਦੱਸ ਰਹੀ ਹੈ ਭਾਈ। ਕਾਇਆ ਸੋਧੇ ਸ਼ਬਦ ਵਿਚਾਰੇ, ਮੋਹ ਠਕੋਰੀ ਭਰਮ ਨਿਵਾਰੇ। ਸ਼ਬਦ ਦੀ ਵਿਚਾਰ ਕਰ ਲਈ ਤੇ ਸ਼ਬਦ ਨੇ ਦੱਸਤਾ ਭਾਈ ਇਹ ਚੋਗਾ ਨਹੀਂ ਹੈਗਾ ਪਿਆਰਿਆ, ਇਹ ਤਾਂ ਬਿਕ ਹੈਗੀ, ਬਿਕ ਜ਼ਹਿਰ ਹੈਗੀ, ਜ਼ਹਿਰ। ਇਹ ਠੱਗ ਬੂਟੀ ਆ, ਇਹਦੇ ਨਾਲ ਮੋਹ ਕਰਕੇ ਤੇ ਜਿਹੜਾ ਹੈਗਾ ਇਹ ਤਾਂ ਭਰਮ ਦੇ ਵਿੱਚ, ਇਹ ਤਾਂ ਗਿਆ ਤੇਰਾ ਜਨਮ। ਆਪੇ ਕਿਰਪਾ ਕਰੇ, ਨਿਵਾਰੇ ਮਤਲਬ ਇਹਨੂੰ ਦੂਰ ਕਰੇ, ਨਾ ਫਸੇ ਚੋਗੇ ਦੇ ਉੱਤੇ। ਆਪੇ ਕਿਰਪਾ ਕਰੇ ਸੁਖ ਦਾਤਾ, ਉੜੇ ਤਾਂ ਬੇਗੁਲੇ, ਤਾਕੇ ਚੋਕ ਘਣੀ। ਬੇਗੁਲ ਹੈਗੇ ਜਿਹੜੇ ਉਹ ਉੜ ਜਾਂਦੇ ਆ ਬਸ ਮਨ। ਇਹ ਪੰਖੀ ਹੈਗਾ ਨਾ, ਕਿਉਂਕਿ ਫਸ ਜਾਂਦਾ ਹੈ ਭਾਈ, ਦਰਖਤ ਛੱਡ ਦਿੰਦਾ ਹੈ। ਆਪੇ ਕਿਰਪਾ ਕਰੇ ਸੁਖ ਦਾਤਾ, ਆਪੇ ਮੇਲ ਮਿਲਾਇਆ। ਸਦੀ ਨੇੜੇ ਦੂਰ ਨਾ ਜਾਣੋ। ਉਹ ਮਾਲਕ ਪਰਮਾਤਮਾ ਆਪਣੀ ਆਤਮਾ ਦੇਖ ਲਓ ਕਿੰਨੀ ਕੁ ਨੇੜੇ ਆਪਣੇ। 24 ਘੰਟੇ ਆਪਾਂ ਮਹਿਸੂਸ ਕਰਦੇ ਹਾਂ ਉਹਨੂੰ, ਆਤਮਾ ਨੂੰ। 24 ਘੰਟੇ ਹਰ ਟਾਈਮ ਆਪਣੇ ਨਾਲ ਆ। ਆਪਾਂ ਜਿਹੜੇ ਸੋ ਜਾਂਦੇ ਹਾਂ, ਆਤਮਾ ਨਹੀਂ ਸੌਂਦੀ। ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦੇ ਨਜ਼ੀਕ ਪਛਾਣੋ। ਕਹਿੰਦੇ ਧਿਆਨ ਸਿਮਰਨ ਕਰ ਔਰ ਪਛਾਣ ਲਾ, ਬਿਲਕੁਲ ਦੇਖ ਲਾ ਉਹਨੂੰ ਪ੍ਰੈਕਟੀਕਲੀ। ਬਿਗਸੇ ਕਮਲ ਕਿਰਨ ਪ੍ਰਗਾਸੈ, ਕਮਲ ਹਿਰਦਾ ਬਿਗਸ ਗਿਆ ਤੇ ਪਾਈ ਆਤਮ ਕਿਰਨ ਜਿਹੜੀ ਹੈਗੀ ਉਸੇ ਵੇਲੇ ਕਿਰਨ ਲਿਸ਼ਕਾਰੇ ਮਾਰ ਜਾਣੀ। ਬਿਗਸੇ ਕਮਲ ਕਿਰਨ ਪ੍ਰਗਾਸੈ, ਪ੍ਰਗਟ ਕਰ ਦਿਖਾਇਆ। ਆਇਆ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਮਾਲਕ ਪਰਮਾਤਮਾ ਨੇ, ਸਰੋਂ ਹਥੇਲੀ ਤੇ ਜਮਾ ਦਿੱਤੀ। ਸਦੀ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦੇ ਨਜ਼ੀਕ ਪਛਾਣੋ। ਬਿਗਸੇ ਕਮਲ ਕਿਰਨ ਪ੍ਰਗਾਸੈ, ਪ੍ਰਗਟ ਕਰ ਦਿਖਾਇਆ। ਆਪੇ ਕਰਤਾ ਸੱਚਾ ਸੋਈ। ਕਹਿੰਦੇ ਉਹੀ ਕਰਤਾ ਹੈਗਾ, ਉਹੀ ਸੱਚਾ ਹੈਗਾ। ਬਸ ਉਹੀ ਮਾਲਕ ਪਰਮਾਤਮਾ ਹੈ। ਸਾਰਾ ਕੁਛ ਉਸੇ ਮਾਲਕ ਪਰਮਾਤਮਾ ਦੇ ਅੰਦਰ ਹੈ, ਉਸੇ ਚੋਂ ਆਇਆ ਆ, ਉਸੇ ਵਿੱਚ ਹੀ ਰਹਿਣਾ ਆ, ਉਸੇ ਵਿੱਚ ਹੀ ਜਿਹੜਾ ਹੈਗਾ ਇਹ ਸਾਰੀ ਜਿਹੜੀ ਹੈਗੀ ਸਰਗੁਣ ਹੈਗੀ ਇਹਨੇ ਲੀਨ ਹੋਣਾ ਹੈ ਭਾਈ। ਆਪੇ ਕਰਤਾ ਸੱਚਾ ਸੋਈ, ਆਪੇ ਮਾਰ ਜੀਵਾਲੇ ਅਵਰ ਨਾ ਕੋਈ। ਸਾਰਾ ਦਾ ਸਾਰਾ ਕੁਛ ਉਹ ਮਾਲਕ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ। ਉਹੀ ਮਾਰਦਾ ਹੈ, ਉਹੀ ਪੈਦਾ ਕਰਦਾ ਹੈ, ਮਾਰ ਕੇ ਜਵਾਲ ਦਿੰਦਾ ਹੈ, ਹੋਰ ਕੋਈ ਨਹੀਂ ਹੈਗਾ। ਤੇ ਜੇ ਉਸ ਮਾਲਕ ਦਾ, ਉਹਦੇ ਮਾਲਕ ਦਾ ਸਾਥ ਮੰਨਣਾ ਹੈ ਭਾਈ, ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ। ਤੇ ਭਾਈ ਨਾਮ ਦੇ ਨਾਲ ਹੀ ਵਡਿਆਈ ਮਿਲਣੀ ਹੈ। ਨਾਮ ਦੇ ਵਾਸਤੇ ਸਵਾਸ ਲਗਾਉਣੇ ਪੈਣੇ ਆ, ਨਾਮ ਧਨ ਇਕੱਠਾ ਕਰਨਾ ਪੈਣਾ ਹੈ, ਤਾਂ ਨਾਮ ਪਦਾਰਥ ਵਿਆਜਿਆ ਜਾਊਗਾ।
ਨਾਮ ਪਦਾਰਥ ਵਿਆਜਿਆ ਗਿਆ ਤੇ ਆਤਮ ਦਰਸ਼ਨ ਹੋ ਜਾਣਗੇ ਤੇ ਆਪ ਹਉਮੈ ਚਲੇ ਜਾਏਗੀ ਔਰ ਇਨਸਾਨ ਜਿਹੜਾ ਹੈਗਾ ਸਦੀਵੀ ਸੁਖ ਪਾ ਲੈਂਦਾ ਹੈ। ਭਾਈ ਨਾਨਕ ਨਾਮ ਮਿਲੇ ਵਡਿਆਈ, ਆਪ ਗਵਾਏ ਸੁਖ ਪਾਇਆ। ਹਉਮੈ ਜਾਏਗੀ ਤੇ ਸੁਖੀ ਹੋਏਗਾ ਇਨਸਾਨ। ਨਾਮ ਤੇ ਹਉਮੈ ਦੋ ਇੱਕ ਜਗ੍ਹਾ ਨਹੀਂ ਟਿਕ ਸਕਦੇ ਭਾਈ, ਇੱਕ ਰਹਿ ਸਕਦਾ ਹੈ ਦੋਨਾਂ ਦੇ ਵਿੱਚੋਂ। ਜਿੱਥੇ ਨਾਮ ਆ ਉੱਥੇ ਹਉਮੈ ਨਹੀਂ ਰਹੇਗੀ, ਜਿੱਥੇ ਹਉਮੈ ਉੱਥੇ ਨਾਮ ਨਹੀਂ ਰਹੇਗਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਆ ਜੀ ਤੀਸਰੀ ਪਾਤਸ਼ਾਹੀ ਦੇ ਜਿਹੜੇ 24 16 ਸੀਗੇ ਪੂਰੇ ਹੋ ਗਏ। ਭੁੱਲਣ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸੰਗਤ ਨੂੰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।